ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦਾਂ ਕਰ ਅਨੁਰਾਗਾ। ਏਕੰਕਾਰਾ ਸਤਿਗੁਰੂ, ਤਹਿ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ। ਤਨ ਕਰ ਕਰਹਿ ਕਾਰ ਸਭ ਸੇਵਾ, ਮਨ ਕਰ ਗੁਰ ਕੋ ਸਦਾ ਸੰਭਾਲ। केतिक नर जब मिलहै आन कर, बूझह सदन आपने चाल। निज बंधव को सुध लेहु नीके, कुटुंब मिलहु तुझ चहत विशाल। क्यों इत बैठ रहु क्या लेवहैं, सब विद संकट सहैं कराल। तन कर करहै कार सब सेवा, मन कर गुर को सदा संभाल। वाहेगुरु जी का खालसा, वाहेगुरु जी की फतेह। पतित पावन भगत वत्सल कृपा निधान, जुगा हो जुग अटल चबर छतर तख्त दे मालिक। हालत पलट के रख्यक वालिए दो जहान। शब्दा अवतार शब्द गुरु, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੇਵਕ ਦੇ ਤੌਰ ਤੇ ਸਿੱਖ ਦੇ ਤੌਰ ਤੇ ਆ ਕਰਕੇ ਗੁਰੂ ਘਰ ਦੇ ਨਾਲ ਜੁੜਨਾ ਕੀਤਾ। ਗੁਰੂ ਘਰ ਦੇ ਵਿੱਚ ਰਹਿ ਕਰਕੇ ਬੇਅੰਤ ਸਤਿਗੁਰੂ ਮਹਾਰਾਜ ਜੀ ਨੇ ਸੇਵਾਵਾਂ ਕਰਨੀਆਂ ਕੀਤੀਆਂ। ਇਸ ਤਰ੍ਹਾਂ ਜਦੋਂ ਗੁਰੂ ਘਰ ਦੇ ਵਿੱਚ ਆਏ ਸਨ, ਕੁਛ ਕੁ ਦਿਨ ਤਾਂ ਇਕਾਂਤ ਦੇ ਸਿੱਖ ਸਨ ਜੋ ਸੇਵਾਵਾਂ ਕਰਦੇ ਸਨ ਗੁਰੂ ਘਰ ਦੇ ਵਿੱਚ। ਬਹੁਤ ਨਿਮਰਤਾ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਮੇਰੇ ਝੋਲੀ ਦੇ ਵਿੱਚ ਵੀ ਕੋਈ ਸੇਵਾ ਜਿਹੜੀ ਹੈ ਤੁਸੀਂ ਪਾਉਣਾ ਕਰੋ। ਫਿਰ ਸਤਿਗੁਰੂ ਮਹਾਰਾਜ ਜੀ ਤੋਂ ਸੇਵਾ ਲੈ ਕਰਕੇ ਗੁਰੂ ਘਰ ਦੇ ਵਿੱਚ ਅਣਥੱਕ ਸੇਵਾਵਾਂ ਕਰਦੇ ਹਨ। ਵੱਡੇ ਅੰਮ੍ਰਿਤ ਵੇਲੇ ਉੱਠਣਾ, ਵੱਡੇ ਅੰਮ੍ਰਿਤ ਵੇਲੇ ਉੱਠ ਕਰਕੇ ਜਲ ਦੀ ਗਾਗਰ ਭਰ ਕੇ ਲੈ ਕੇ ਆਉਣਾ,
ਉਹਦੇ ਨਾਲ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਇਸ਼ਨਾਨ ਕਰਾਉਣਾ। ਫਿਰ ਮਹਾਰਾਜ ਜੀ ਦੇ ਵਸਤਰਾਂ ਨੂੰ ਪਖਾਰ ਕਰਕੇ ਸੁਕਾਉਣ ਵਾਸਤੇ ਪਾ ਦੇਣਾ ਤੇ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਹਿਰਦੇ ਵਿੱਚ ਧਿਆਨ ਧਾਰਨ ਕਰਦਿਆਂ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਹਾਜ਼ਰੀ ਲਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਤਨ ਕਰ ਕਰਹਿ ਕਾਰ ਸਭ ਸੇਵਾ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨ ਸ਼ਰਨ ਦੇ ਵਿੱਚ ਰਹਿ ਕਰਕੇ ਬਾਬਾ ਅਮਰਦਾਸ ਜੀ ਮਹਾਰਾਜ ਤਨ ਕਰਕੇ ਕਾਰ ਕਰਦੇ ਹਨ, ਸੇਵਾ ਕਰਦੇ ਹਨ। ਇਹ ਜੋ ਬਚਨ ਆਇਆ ਕਾਰ ਤੇ ਸੇਵਾ, ਇਹਦਾ ਮਤਲਬ ਹੈ ਜਿਨ੍ਹਾਂ ਨੇ ਸੇਵਾ ਨੂੰ ਹੀ ਆਪਣਾ ਕਾਰ ਆਪਣਾ ਕੰਮ ਬਣਾ ਲਿਆ, ਜਿਨ੍ਹਾਂ ਨੇ ਇਹ ਜਨਮ ਤੁਮਾਰੇ ਲੇਖੇ ਲਾ ਦਿੱਤਾ ਕਿ ਭਾਈ ਮੈਂ ਇੱਥੇ ਹੀ ਰਹਿ ਕਰਕੇ ਸੇਵਾ ਕਰਨੀ ਹੈ। ਜਿਸ ਤਰ੍ਹਾਂ ਕਿ ਕਾਰ ਸੇਵਾ ਜੋ ਸੰਪਰਦਾ ਚੱਲਦੀ ਹੈ ਸਿੱਖ ਮਤ ਦੇ ਵਿੱਚ, ਬਹੁਤ ਵੱਡੇ ਪੈਮਾਨੇ ਦੇ ਉੱਤੇ ਗੁਰੂ ਘਰ ਦੀਆਂ ਸੇਵਾਵਾਂ ਚੱਲਦੀਆਂ ਹਨ। ਇਮਾਰਤਾਂ ਦੀ ਸੇਵਾ ਹੋ ਗਈ ਹੈ, ਲੰਗਰਾਂ ਦੀ ਸੇਵਾ ਇਹਨਾਂ ਮਹਾਂਪੁਰਖਾਂ ਵੱਲੋਂ ਕੀਤੀ ਜਾਂਦੀ। ਇਹਦਾ ਜੇ ਆਪਾਂ ਅਰਥ ਕਰਦੇ ਹਾਂ, ਵੇਖਦੇ ਹਾਂ, ਬਹੁਤ ਪਿਆਰਿਓ ਇਹਦੇ ਅਰਥਾਂ ਦਾ ਮਾਇਨਾ ਰੱਖਦਾ। ਜਿਨ੍ਹਾਂ ਨੇ ਸੇਵਾ ਨੂੰ ਹੀ ਆਪਣਾ ਕਾਰ ਬਣਾਉਣਾ ਕੀਤਾ, ਆਪਣਾ ਕੰਮ ਬਣਾ ਲਿਆ। ਜਿਸ ਤਰ੍ਹਾਂ ਕਿ ਆਪਾਂ ਕੀ ਕਰਦੇ ਹਾਂ, ਬੇਸ਼ੱਕ ਆਪਾਂ ਗੁਰੂ ਘਰ ਦੇ ਵਿੱਚ ਆ ਕਰਕੇ ਸੇਵਾ ਕਰਦੇ, ਲੇਕਿਨ ਸੇਵਾ ਜਿਹੜਾ ਹੈ ਸਾਡੀ ਕਾਰ ਨਹੀਂ ਹੈ। ਕਹਿਣ ਦਾ ਭਾਵ ਕਿ ਔਰ ਵੀ ਆਪਾਂ ਬਹੁਤ ਸਾਰੀਆਂ ਕਾਰਾਂ ਕਰਦੇ ਹਨ, ਕੰਮ ਕਰਦੇ ਕਿ ਨੌਕਰੀ ਪੇਸ਼ਾ ਹੈ, ਬਿਜ਼ਨਸ ਆਦਿਕ ਕਰਨਾ, ਔਰ ਵੀ ਕਈ ਕੰਮ ਕਰਨਾ। ਉਹਨਾਂ ਕਾਰਾਂ ਦੇ ਵਿੱਚੋਂ ਇੱਕ ਕਾਰ ਜਿਹੜੀ ਹੈ ਉਹ ਸੇਵਾ ਹੈ। ਉਹ ਫਿਰ ਆਪਾਂ ਉਹਨਾਂ ਸਮਾਂ ਆ ਕਰਕੇ ਸੇਵਾ ਕਰਦੇ ਆ। ਲੇਕਿਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਜਿਹੜਾ ਸੇਵਾ ਦੇ ਉੱਤੇ ਸਮਰਪਿਤ ਕਰ ਦਿੱਤਾ, ਸੇਵਾ ਨੂੰ ਹੀ ਆਪਣਾ ਕਾਰ ਬਣਾਉਣਾ ਕੀਤਾ, ਆਪਣਾ ਕੰਮ ਧੰਦਾ ਹੀ ਉਹਨਾਂ ਨੇ ਸੇਵਾ ਨੂੰ ਬਣਾ ਲਿਆ, ਉਹਨੂੰ ਕਾਰ ਸੇਵਕ ਬੋਲਦੇ ਹਨ। ਕਿ ਭਾਈ ਇਹਦਾ ਕੋਈ ਦੂਜਾ ਲਕਸ਼ ਨਹੀਂ ਹੈ, ਕੋਈ ਦੂਜਾ ਟੀਚਾ ਨਹੀਂ ਹੈ। ਇਹਦਾ ਸੇਵਾ ਕਰਨੀ, ਗੁਰੂ ਘਰ ਦੇ ਵਿੱਚ ਵੱਧ ਤੋਂ ਵੱਧ ਸੇਵਾ ਕਰਨੀ, ਇਹੀ ਇਹਦਾ ਧਰਮ ਬਣ ਗਿਆ, ਇਹੀ ਇਹਦਾ ਕਰਮ ਬਣ ਗਿਆ। ਇਸ ਤਰ੍ਹਾਂ ਸੇਵਾ ਨੂੰ ਆਪਣਾ ਕਰਮ ਤੇ ਆਪਣਾ ਧਰਮ ਬਾਬਾ ਜੀ ਨੇ ਬਣਾ ਲਿਆ ਹੈ। ਮਨ ਕਰ ਗੁਰ ਕੋ ਸਦਾ ਸੰਭਾਲ। ਨਾਲ ਜਿਹੜਾ ਹੈ ਤਨ ਕਾਰ ਵੱਲ ਤੇ ਚਿੱਤ ਯਾਰ ਦੇ ਵੱਲ ਹੈ। ਤਨ ਕਰਕੇ ਸੇਵਾਵਾਂ ਕਰਦੇ ਹਨ ਤੇ ਮਨ ਕਰਕੇ ਸਦਾ ਰੱਬ ਦਾ ਜਾਪ ਕਰਦੇ, ਗੁਰਮੰਤਰ ਦਾ ਜਾਪ ਕਰਦੇ। ਕੀਤਿਕ ਨਰ ਜਬ ਮਿਲ ਹੈ ਆਨ ਕਰ। ਕਈ ਲੋਕ ਜਦੋਂ ਮਹਾਰਾਜ ਜੀ ਦੇ ਜੋ ਮਿਲੀ ਸਨ, ਜਾਣਨ ਵਾਲੇ, ਉਹ ਆ ਕਰਕੇ ਜਦੋਂ ਮਿਲਦੇ, ਬੂਝੈ ਸਦਨ ਆਪਨੇ ਚਾਰ। ਉਹ ਪੁੱਛਦੇ ਹਨ ਕਿ ਚਲੋ ਬਾਬਾ ਜੀ, ਚਲੋ ਚਲੀਏ, ਬੜਾ ਸਮਾਂ ਹੋ ਗਿਆ, ਸਾਲ 2 ਸਾਲ ਤੁਹਾਡੇ ਬਤੀਤ ਹੋਏ, ਚਲੋ ਅਸੀਂ ਵੀ ਚੱਲਦੇ ਹਾਂ। ਉਹ ਸਾਡਾ ਵੀ ਨਗਰ ਤੁਹਾਡੇ ਨਗਰ ਦੇ ਨਾਲ ਹੀ ਹੈ, ਜਾਂ ਅਸੀਂ ਵੀ ਉਸ ਨਿਜ ਬੰਧਵ ਕੋ ਸੁਧ ਲਿਹੁ ਨੀਕੇ। ਬੜਾ ਸਮਾਂ ਹੋ ਗਿਆ, ਚਲੋ ਚੱਲ ਕਰਕੇ ਆਪਣੇ ਜੋ ਬੰਧੂ ਹਨ, ਆਪਣੇ ਜੋ ਰਿਸ਼ਤੇਦਾਰ ਸਖਾ ਮਿੱਤਰ ਹਨ, ਉਹਨਾਂ ਦੀ ਖਬਰ ਸਾਰ ਲੈਣਾ ਕਰੋ। ਕੁਟੰਬ ਮਿਲਹੁ ਤੁਜ ਚਹਿਤ ਬਿਸਾਰ। ਚਲੋ ਕੁਟੰਬ ਨੂੰ ਚੱਲ ਕਰਕੇ ਮਿਲਣਾ ਕਰੋ, ਉਹ ਤੁਹਾਡੇ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦੇ ਹਨ। ਕਈ ਵਾਰੀ ਪਰਿਵਾਰ ਦੇ ਜੋ ਮੈਂਬਰ ਹਨ, ਸਤਿਗੁਰੂ ਮਹਾਰਾਜ ਜੀ ਦੇ ਸਤਿਕਾਰਯੋਗ ਗੁਰੂ ਕੇ ਮਹਿਲ ਹੋ ਗਏ, ਨਾਲ ਗੁਰੂ ਪੁੱਤਰ ਜਿਹੜੇ ਹਨ, ਉਹਨਾਂ ਨੇ ਵੀ ਬਹੁਤ ਵਾਰੀ ਬੇਨਤੀਆਂ ਕੀਤੀਆਂ। ਕੋਈ ਜਦੋਂ ਬੰਦਾ ਜਾਂਦਾ ਸੀ ਖਡੂਰ ਸਾਹਿਬ, ਤਾਂ ਜਾਂ ਕਈ ਵਾਰੀ ਚਿੱਠੀ ਪੱਤਰ ਵੀ ਉਹ ਭੇਜ ਦਿਆ ਕਰਦੇ, ਜਾਂ ਬੰਦਿਆਂ ਦੇ ਰਾਹੀਂ ਸੁਨੇਹਾ ਭੇਜਦੇ ਸਨ ਕਿ ਬਾਬਾ ਜੀ ਬੜਾ ਸਮਾਂ ਹੋ ਗਿਆ, ਆਓ ਘਰ ਦੇ ਵਿੱਚ ਆਓ, ਥੋੜਾ ਸਮਾਂ ਰਹੋ।
ਰਹਿ ਕਰਕੇ ਫਿਰ ਆਪ ਜੀ ਸੇਵਾ ਦੇ ਵਿੱਚ ਚੱਲ ਜਾਓ, ਅਸਾਂ ਨੇ ਨਹੀਂ ਰੋਕਣਾ। ਤੇ ਉਹ ਸੱਦਾ ਲੈ ਕਰਕੇ ਲੋਕਾਂ ਨੇ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੂੰ ਕਿਹਾ ਕਿ ਚਲੋ ਚੱਲ ਕਰਕੇ ਆਪਾਂ ਘਰ ਚੱਲਣਾ ਕਰੀਏ, ਉਹ ਤੁਹਾਨੂੰ ਬੜਾ ਯਾਦ ਕਰਦੇ ਹਨ। ਕਿਉਂ ਇਤ ਬੈਠ ਰਹੇ ਹੋ, ਕਿਆ ਲੇਵ ਹੈ। ਤੇ ਉਹ ਬਚਨ ਕਰਦੇ ਤੇ ਕਈ ਵਾਰੀ ਉਲਾਮਾ ਵੀ ਦੇ ਦਿੰਦੇ। ਜਦੋਂ ਮਹਾਰਾਜ ਇਨਕਾਰੀ ਬਣ ਜਾਂਦੇ, ਉਹ ਕਹਿੰਦੇ ਕਿ ਲਓ ਇੱਥੇ ਬੈਠ ਕਰਕੇ ਤੁਹਾਨੂੰ ਕੀ ਪ੍ਰਾਪਤ ਹੋ ਰਿਹਾ ਹੈ, ਕੁਛ ਮਾਇਆ ਥੋੜੀ ਮਿਲ ਰਹੀ ਹੈ, ਕੀ ਤੁਹਾਨੂੰ ਪ੍ਰਾਪਤ ਹੋ ਰਿਹਾ ਹੈ। ਸਭ ਵਿਧ ਸੰਕਟ ਸਹਿ ਕਰਾ, ਹਰ ਤਰ੍ਹਾਂ ਦੇ ਨਾਲ ਤਾਂ ਇੱਥੇ ਰਹਿ ਕੱਟ ਕੇ ਤੁਸੀਂ ਕਸ਼ਟਾਂ ਨੂੰ ਝੱਲਦੇ ਹੋ। ਤੁਹਾਡਾ ਸਰੀਰ ਜਿਹੜਾ ਬਜ਼ੁਰਗ ਹੋ ਗਿਆ ਹੈ, ਸਰੀਰ ਦੇ ਵਿੱਚ ਬਲ ਨਹੀਂ ਰਿਹਾ। ਇਹ ਸਮਾਂ ਤਾਂ ਫਿਰ ਘਰ ਦੇ ਵਿੱਚ ਪਰਿਵਾਰਾਂ ਦੇ ਵਿੱਚ ਰਹਿਣ ਦਾ ਸਮਾਂ ਹੈ। ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਵੀ ਇਹ ਬਚਨ ਕਰਨਾ ਕੀਤਾ ਕਿ ਜਦੋਂ ਜੀਵ ਜਿਹੜਾ ਸੁਖਮਨੀ ਸਾਹਿਬ ਜੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਆਪਿਆਓ ਬੈਠ ਕੋ ਦੈਨ, ਕਿ ਜਦੋਂ ਬੰਦਾ ਜਵਾਨ ਹੁੰਦਾ ਤੇ ਉਸ ਵੇਲੇ ਤਾਂ ਉਹ ਮਿਹਨਤ ਕਰਦਾ ਹੈ, ਮਸ਼ੱਕਤ ਕਰਦਾ, ਪਰਿਵਾਰ ਨੂੰ ਪਾਲਦਾ ਹੈ। ਤੇ ਫਿਰ ਜਦੋਂ ਬੰਦਾ ਬਜ਼ੁਰਗ ਹੋ ਜਾਵੇ ਤੇ ਰੱਬ ਦੀ ਦੇਖੋ ਕਿਹੋ ਜੀ ਦਾਤ ਹੈ, ਇਹ ਆਮ ਆਪਾਂ ਪਸ਼ੂ ਪੰਛੀਆਂ ਦੇ ਵਿੱਚ ਨਹੀਂ ਵੇਖ ਸਕਦੇ ਆ। ਕਦੇ ਵੇਖਿਆ ਕਿ ਭਾਈ ਕੋਈ ਗਾਂ ਜਾਂ ਕੋਈ ਮੱਝ ਤੇ ਉਹਦੀ ਮਾਂ ਜਾਂ ਉਹਦਾ ਪਿਓ ਬਜ਼ੁਰਗ ਹੋ ਗਿਆ, ਦੂਜੀਆਂ ਗਾਵਾਂ ਮੱਝਾਂ ਆ ਕਰਕੇ ਉਹਨਾਂ ਦੀ ਸੇਵਾ ਕਰਦੀ ਹੋਵੇ, ਇਹ ਕਦੇ ਪਿਆਰਿਓ ਆਪ ਜੀ ਨੂੰ ਪ੍ਰਾਪਤ ਨਹੀਂ ਹੋਵੇਗਾ। ਆਪਾਂ ਤਾਂ ਅਕਸਰ ਵੇਖਦੇ ਹਾਂ ਪ੍ਰਕਿਰਤੀ ਦੇ ਵਿੱਚ, ਤੇ ਫਿਰ ਥੋੜਾ ਕੋ ਸਮਾਂ ਜਿਹੜਾ ਹੈ ਮਾਤਾ ਪਿਤਾ ਦਾ ਆਪਣੇ ਵਛੇਰਿਆਂ ਦੇ ਨਾਲ, ਬੱਚਿਆਂ ਦੇ ਨਾਲ ਸੰਬੰਧ ਹੁੰਦਾ। ਤੇ ਜਦੋਂ ਬੱਚਾ ਵਛੇਰਾ ਵੱਡਾ ਹੋ ਜਾਵੇ, ਅਗਲੇ ਬੱਚੇ ਪੈਦਾ ਹੋ ਜਾਣ ਤੇ ਉਹੀ ਜਾਨਵਰ ਆਪਣੇ ਬੱਚਿਆਂ ਨੂੰ ਮਾਰ ਕਰਕੇ ਪਾਸੇ ਕਰ ਦਿੰਦੇ। ਫਿਰ 1-2 ਸਾਲ ਤੋਂ ਬਾਅਦ ਉਹਨਾਂ ਨੂੰ ਸੰਬੰਧ ਵੀ ਭੁੱਲ ਜਾਂਦਾ ਕਿ ਇਹ ਮੇਰੀ ਮਾਂ ਹੈ ਤੇ ਇਹ ਮੇਰਾ ਪਿਤਾ ਹੈ, ਕਿਉਂਕਿ ਉਹਨਾਂ ਨੂੰ ਇੰਨੀ ਸੋਝੀ ਨਹੀਂ ਹੁੰਦੀ ਹੈ। ਇਹ ਮਨੁੱਖ ਯੋਨੀ ਦੇ ਵਿੱਚ ਆਪਾਂ ਵੇਖ ਸਕਦੇ ਹਾਂ, ਬਚਪਨ ਦੇ ਵਿੱਚ ਮਾਤਾ ਪਿਤਾ ਲਾਡ ਲਡਾਉਂਦੇ ਹਨ, ਜਵਾਨੀ ਦੇ ਵਿੱਚ ਮਾਤਾ ਪਿਤਾ ਸਾਡੀ ਪਰਵਰਿਸ਼ ਕਰਦੇ। ਉਹੀ ਬੱਚਾ ਜਦੋਂ ਜਵਾਨ ਹੋ ਜਾਵੇ, ਪਰਿਵਾਰ ਵਾਲੇ ਜਦੋਂ ਬਜ਼ੁਰਗ ਹੋ ਜਾਣ ਤੇ ਬੱਚਿਆਂ ਦਾ ਇਹ ਫਰਜ਼ ਬਣਦਾ। ਤੇ ਬਿਰਧ ਪਿਆ ਉਪਰ ਸਾਖ ਸੈਨ, ਜਦੋਂ ਬੰਦਾ ਬਜ਼ੁਰਗ ਹੋ ਜਾਵੇ ਉਹਦੇ ਪਰਿਵਾਰ ਵਾਲੇ ਆ ਕਰਕੇ ਸਾਖ ਸੈਨ ਉਹਦੀ ਸੇਵਾ ਕਰਦੇ ਹਨ। ਮੁਖ ਆਪਿਆਓ ਬੈਠ ਕੋ ਦੈਨ, ਬੰਦਾ ਤਾਂ ਬੈਠਿਆ ਹੋਇਆ ਹੁੰਦਾ, ਕੁਛ ਛਕਣਾ ਹੋਵੇ ਤਾਂ ਉਹ ਆਵਾਜ਼ਾਂ ਦੇ ਦਿੰਦਾ ਕਿ ਭਾਈ ਮੈਨੂੰ ਭੁੱਖ ਲੱਗੀ ਹੈ, ਤੇ ਪਰਿਵਾਰ ਵਾਲੇ ਜੀ ਫਿਰ ਆ ਕਰਕੇ ਉਹਨੂੰ ਪ੍ਰਸ਼ਾਦਾ ਛਕਾਉਂਦੇ ਹਨ, ਉਹਨੂੰ ਆਪਣੇ ਹੱਥਾਂ ਦੇ ਨਾਲ ਜਲ ਛਕਾਉਂਦੇ। ਇੰਜ ਉਹਨਾਂ ਨੇ ਬੇਨਤੀ ਕੀਤੀ, ਕਿਹਾ ਕਿ ਬਜ਼ੁਰਗੀ ਦੇ ਵਿੱਚ ਆ ਕਰਕੇ ਇੱਥੇ ਇੰਨਾ ਕਸ਼ਟ ਢਾਲ ਰਹੇ ਹੋ, ਝੱਲ ਰਹੇ ਹੋ, ਚਲੋ ਘਰ ਦੇ ਵਿੱਚ ਚੱਲਣਾ ਕਰੋ, ਪਰਿਵਾਰ ਤੁਹਾਨੂੰ ਬੜਾ ਯਾਦ ਕਰ ਰਿਹਾ। ਤਿਨ ਸੂ ਕਹੈ ਨਾ ਹਮਰਾ ਕੋਈ, ਤੇ ਉਸ ਵੇਲੇ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਕਿ ਕਬੀਰ ਹਮਰਾ ਕੋ ਨਹੀਂ, ਹਮ ਕਿਸ ਹੂੰ ਕੇ ਨਾਹੇ। ਜਿਹੜਾ ਪਿਆਰਿਓ ਇੱਕ ਵਾਰੀ ਰੱਬ ਦਾ ਬਣ ਜਾਵੇ, ਫਿਰ ਸੱਚ ਜਾਣੋ ਉਹਦਾ ਕੋਈ ਨਹੀਂ ਰਹਿੰਦਾ, ਉਹ ਕਿਹਦਾ ਵੀ ਨਹੀਂ ਹੁੰਦਾ ਹੈ, ਕਿਸੇ ਇੱਕ ਪਰਿਵਾਰ ਦਾ ਜਾਂ ਇੱਕ ਖਿੱਤੇ ਦਾ ਨਹੀਂ ਰਹਿੰਦਾ, ਉਹ ਸਾਰਿਆਂ ਦਾ ਸਾਂਝਾ ਬਣ ਜਾਂਦਾ ਹੈ। ਤੇ ਇੱਥੇ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੇ ਕਿਹਾ ਕਿ ਅਸਾਂ ਨੇ ਤਾਂ ਉਹਨਾਂ ਦਾ ਤਿਆਗ ਕਰ ਦਿੱਤਾ, ਕੋਈ ਮੇਰਾ ਪਰਿਵਾਰ ਨਹੀਂ ਹੈ, ਕੋਈ ਮੇਰਾ ਜਿਹੜਾ ਹੈ ਰਿਸ਼ਤੇਦਾਰ ਆਦਿਕ ਨਹੀਂ ਹੈ। ਹਮ ਕਿਸ ਹੂੰ ਕੇ ਨਹਿ, ਅਸੀਂ ਵੀ ਕਿ ਹਮ ਕਿਸ ਹੂੰ ਕੇ ਨਹਿ ਕਿਸ ਕਾਲ, ਤੇ ਅਸੀਂ ਵੀ ਕੋਈ ਵੀ ਸਮਾਂ ਆ ਜਾਵੇ ਅਸੀਂ ਕਿਹਦੇ ਨਹੀਂ ਹਾਂ। ਕਬੀਰ ਸਾਹਿਬ ਜੀ ਨੇ ਅਵਸਥਾ ਬਾਬਤ ਕਿਹਾ ਨਾ ਕਿ ਕਬੀਰ ਹਮਰਾ ਕੋ ਨਹੀਂ, ਹਮ ਕਿਸ ਹੂੰ ਕੇ ਨਾ ਹੈ, ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ। ਤੇ ਹਮ ਤਨ ਦਿਓ ਹੈ ਢਹਾਰ ਦਿੱਤਾ। ਜੇ ਪਿਆਰਿਓ ਇਸ ਮਾਰਗ ਦੇ ਪਾਂਧੀ ਬਣਨਾ, ਜੇ ਕਹਿਣਾ ਕਿ ਭਾਈ ਮੈਂ ਗੁਰੂ ਵਾਲਾ ਬਣਨਾ ਹੈ, ਮੈਂ ਕਾਰ ਸੇਵਕ ਬਣਨਾ, ਸੇਵਾ ਨੂੰ ਹੀ ਆਪਣਾ ਕਾਰ ਬਣਾ ਲੈਣਾ, ਫਿਰ ਇਹ ਮਰਿਆਦਾ ਦੇ ਵਿੱਚ ਆ ਕਰਕੇ ਸੇਵਾ ਵਿੱਚ ਲੱਗ ਕਰਕੇ ਬੋਲੇ ਕਿ ਮੇਰੀ ਘਰ ਵਾਲੀ ਭਾਈ ਯਾਦ ਕਰਦੀ ਹੈ, ਮੇਰੇ ਗ੍ਰਸਤੀ ਜਿਹੜੇ 100 ਗੁਣਾ ਵੱਧ ਵਧੀਆ ਹੁੰਦੇ ਹਨ,
ਇੱਕ ਵਾਰੀ ਫਿਰ ਤਿਆਗ ਕਰ ਦਿੱਤਾ, ਸਮਝੋ ਉਹਨਾਂ ਦਾ ਤਿਆਗ ਹੀ ਹੋ ਜਾਣਾ ਚਾਹੀਦਾ, ਫਿਰ ਲਾਗੇ ਨਹੀਂ ਲੱਗਣਾ ਚਾਹੀਦਾ। ਫਿਰ ਇੱਕ ਵਾਰੀ ਤਿਆਗ ਕਰਕੇ ਫਿਰ ਉਹਨਾਂ ਦੇ ਵਿੱਚ ਹੀ ਰਹੋ ਤਾਂ ਫਿਰ ਗੱਲ ਥੋੜ੍ਹੀ ਬਣਦੀ ਹੈ, ਫਿਰ ਸੇਵਾ ਦੇ ਵਿੱਚ ਬਹੁਤ ਜ਼ਿਆਦਾ ਔਂਕੜ ਪੇਸ਼ ਆਉਂਦੀ। ਇਸ ਕਰਕੇ ਤੇ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੇ ਬਚਨ ਕੀਤਾ, ਕਿਹਾ ਕਿ ਸਾਡਾ ਭਾਈ ਕੋਈ ਨਹੀਂ ਹੈ, ਸਾਰੇ ਰਿਸ਼ਤੇ ਨਾਤੇ ਤੋੜ ਕਰਕੇ ਹੀ ਮੈਂ ਗੁਰੂ ਵਾਲਾ ਬਣ ਗਿਆ ਹਾਂ, ਮੇਰਾ ਉਹਨਾਂ ਦੇ ਨਾਲ ਕੋਈ ਲੈਣਾ ਕੋਈ ਸਾਖ ਸੰਬੰਧ ਨਹੀਂ ਹੈ। ਜਿਮ ਪ੍ਰਵਾਹ ਮੈਂ ਤ੍ਰਿਣ ਮਿਲ ਜਾਵੇ, ਜਿਸ ਤਰ੍ਹਾਂ ਪ੍ਰਵਾਹ ਦੇ ਵਿੱਚ ਤਿਣਕਾ ਜਿਹੜਾ ਆ ਕਰਕੇ ਮਿਲ ਜਾਵੇ, ਤਥਾ ਮੇਲ ਸਭ ਕੋ ਸਭ ਨਾਲ, ਤੇ ਉਹਦਾ ਫਿਰ ਮੇਲ ਜਿਹੜਾ ਇੱਕ ਵਾਲੀ ਤਿਣਕਾ ਜਿਹੜਾ ਟੁੱਟ ਕਰਕੇ ਪ੍ਰਵਾਹ ਦੇ ਵਿੱਚ ਆ ਕਰਕੇ ਪੈ ਜਾਵੇ ਤਾਂ ਪਿਆਰਿਓ ਫਿਰ ਉਹ ਦਰਖਤ ਦੇ ਨਾਲ ਉਹਦਾ ਮੇਲ ਨਹੀਂ ਹੁੰਦਾ, ਫਿਰ ਤਾਂ ਸਾਰਿਆਂ ਦੇ ਨਾਲ ਜੋ ਉਹਦੇ ਪ੍ਰਵਾਹ ਦੇ ਵਿੱਚ ਜਿਹੜੇ ਵਹੀ ਜਾਂਦੇ ਹਨ ਉਹਨਾਂ ਦੇ ਨਾਲ ਹੀ ਉਹਨਾਂ ਦਾ ਮੇਲ ਹੁੰਦਾ। ਤੇ ਇੱਕ ਵਾਰੀ ਫਿਰ ਕੋਈ ਤਿਣਕਾ ਪੈ ਜਾਵੇ ਪਾਣੀ ਦੇ ਵਿੱਚ, ਵਹਿਣ ਦੇ ਵਿੱਚ, ਉਹ ਬੋਲੇ ਕਿ ਭਾਈ ਮੇਰਾ ਇਹਨਾਂ ਦੇ ਨਾਲ ਸੰਬੰਧ ਕੋਈ ਨਹੀਂ ਹੈ, ਮੇਰਾ ਪਰਿਵਾਰ ਤਾਂ ਉੱਥੇ ਹੈ, ਉਹ ਦਰਖਤ ਹੈ, ਉਹ ਮੇਰਾ ਦਰਖਤ ਹੈ, ਮੈਂ ਉਹਦਾ ਇੱਕ ਹਿੱਸਾ ਹਾਂ, ਉਹ ਫਿਰ ਯਾਦ ਕਰੇ ਤਾਂ ਪਿਆਰਿਓ ਗੱਲ ਥੋੜ੍ਹੀ ਬਣਨੀ ਹੈ। ਫਿਰ ਗੱਲ ਜਿਹੜੀ ਹੈ ਅਧਵਾਟੇ ਦੀ ਗੱਲ ਹੋ ਜਾਂਦੀ ਹੈ, ਬੰਦਾ ਦੁਚਿਤਾਈ ਦੇ ਵਿੱਚ ਫਸ ਜਾਂਦਾ। ਇੱਕ ਪਾਸੇ ਤਾਂ ਉਹ ਕਹਿ ਦਿੰਦਾ ਕਿ ਮੈਂ ਤਿਆਗ ਕਰ ਦਿੱਤਾ, ਲੇਕਿਨ ਅੰਦਰੋਂ ਉਹ ਤਿਆਗ ਦੀ ਅਵਸਥਾ ਹੀ ਨਹੀਂ ਬਣਦੀ ਹੈ। ਇੱਕ ਵਾਰੀ ਤਿਣਕਾ ਜਿਹੜਾ ਪੈ ਜਾਵੇ ਪ੍ਰਵਾਹ ਦੇ ਵਿੱਚ, ਜਿਹੜੇ ਪ੍ਰਵਾਹ ਦੇ ਵਿੱਚ ਮਿਲਦੇ ਉਹੀ ਉਹਦੇ ਮਨ ਮੇਲੀ, ਉਹੀ ਉਹਦੇ ਹੁੰਦੇ ਹਨ। ਇਸ ਤਰ੍ਹਾਂ ਹੀ ਜਿਹੜਾ ਵੀ ਇਹ ਪ੍ਰਣਾਲੀ ਦੇ ਵਿੱਚ ਸੇਵਾ ਦੀ ਪ੍ਰਣਾਲੀ ਦੇ ਵਿੱਚ ਪਿਆਰਿਓ ਆ ਕਰਕੇ ਪ੍ਰਾਪਤ ਹੋ ਜਾਂਦਾ, ਮਿਲ ਜਾਂਦਾ, ਬਸ ਉਹੀ ਉਹਦਾ ਸੰਬੰਧ ਬਣਦਾ, ਉਹੀ ਉਹਦਾ ਪਰਿਵਾਰ ਬਣ ਜਾਂਦਾ। ਫਿਰ ਤਿਣਕਾ ਆਪਣਾ ਪਿਛੋਕੜ ਸਾਰਾ ਸੰਬੰਧ ਤੋੜ ਦਿੰਦਾ, ਉਹ ਪ੍ਰਵਾਹ ਦੇ ਨਾਲ ਜੁੜ ਜਾਂਦਾ ਹੈ। ਇਸ ਤਰ੍ਹਾਂ ਹੀ ਪਿਆਰਿਓ ਇਹ ਸਾਨੂੰ ਸਮਝਣ ਦੀ ਗੱਲ ਹੈ। ਇੱਕ ਕਵੀ ਰਾਜ ਸਾਨੂੰ ਜਾਂ ਸਤਿਗੁਰੂ ਮਹਾਰਾਜ ਸਾਨੂੰ ਵੀ ਸਮਝਾ ਰਹੇ ਹਨ ਕਿ ਜਿਹੜੇ ਵੀ ਇੱਕ ਵਾਰੀ ਸੇਵਾ ਦੇ ਵਿੱਚ ਲੱਗ ਜਾਣ ਤੇ ਫਿਰ ਜਿਹੜੇ ਸੇਵਾ ਦੇ ਵਿੱਚ ਜੋ ਔਰ ਜਿਹੜੇ ਗੁਰੂ ਕੇ ਪਿਆਰੇ ਉਹਨਾਂ ਦੇ ਨਾਲ ਹੀ ਮੇਲ ਰੱਖਣਾ ਚਾਹੀਦਾ। ਫਿਰ ਕਵੇ ਕਿ ਨਹੀਂ ਜੀ ਮੈਂ ਤਿਆਗ ਦਿੱਤਾ, ਮੇਰਾ ਉਹ ਪਿਛੋਕੜ ਹੈ, ਤੁਸੀਂ ਮੇਰੇ ਕੌਣ ਲੱਗਦੇ, ਤਾਂ ਗੱਲ ਨਹੀਂ ਬਣਦੀ ਹੈ। ਉਤਰਨ ਪਾਰ ਤਰੀ ਪਰ ਮੇਲਾ, ਤੇ ਉਤਰਨ ਪਾਰ ਤਰੀ ਪਰ ਮੇਲਾ, ਜਦੋਂ ਬੰਦਾ ਜਦੋਂ ਉਤਰਦਾ ਨਾ ਪਾਰ ਉਤਰਦਾ, ਉਦੋਂ ਤੱਕ ਹੀ ਜਿਹੜੇ ਹਨ ਜਿਉਂਦਿਆਂ ਦੇ ਮੇਲੇ ਹੁੰਦੇ ਹਨ। ਨਦੀਆਂ ਵਾ ਵਿਸ਼ੁੰਨੀਆਂ ਮੇਲਾ ਸੰਜੋਗੀ ਰਾਮ, ਪੁਨ ਵਿਛੜਹਿ ਨਹਿ ਕਰਹਿ ਸੰਭਾਲ। ਫਿਰ ਇੱਕ ਵਾਰੀ ਬੰਦਾ ਵਿਛੜ ਜਾਵੇ ਤੇ ਉਹਨਾਂ ਦੀ ਕੌਣ ਸੰਭਾਲ ਕਰਦਾ। ਇਹ ਸਤਿਗੁਰੂ ਮਹਾਰਾਜ ਜੀ ਨੇ ਦੂਜਾ ਦ੍ਰਿਸ਼ਟਾਂਤ ਦਿੱਤਾ। ਜਿਸ ਤਰ੍ਹਾਂ ਕਿ ਪਹਿਲੇ ਜ਼ਮਾਨੇ ਦੇ ਵਿੱਚ ਜਦੋਂ ਦਰਿਆ ਆਦਿਕ ਲੰਘਣਾ ਹੋਵੇ, ਵੱਡੇ ਵੱਡੇ ਬੇੜੇ ਹੁੰਦੇ ਸਨ, ਨਦੀ ਨਾਉ ਸੰਜੋਗ ਜਿਹਨੂੰ ਆਪਾਂ ਬੋਲਦੇ ਆ। ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਵੀ ਕਿਹਾ ਨਾ, ਨਦੀਆ ਵਾਹ ਵਿਸ਼ੁੰਨਿਆ ਮੇਲਾ ਸੰਜੋਗੀ ਰਾਮ। ਇਹ ਤਾਂ ਸੰਜੋਗ ਦਾ ਭਾਈ ਮੇਲਾ ਹੈ। ਕਰਦੇ ਆ ਟ੍ਰੇਨ ਆਦਿਕ ਦਾ, ਤੇ 1 ਜਾਂ 2 ਦਿਨ ਦਾ ਸਫ਼ਰ ਹੋਵੇ ਤੇ ਫਿਰ ਬੰਦਾ ਕੀ ਕਰਦਾ, ਕੈਬਿਨ ਦੇ ਵਿੱਚ ਸਾਰਿਆਂ ਦੇ ਨਾਲ ਸੰਬੰਧ ਪਾ ਲੈਂਦਾ। ਸਭ ਦੱਸਦਾ ਭਾਈ ਤੂੰ ਕੀ ਕਰਦਾ, ਚੱਲ ਭਾਈ ਪ੍ਰਸ਼ਾਦਾ ਛਕ ਲੈ, ਇਹ ਕਰ, ਬੜਾ ਪ੍ਰੇਮ ਬਣ ਜਾਂਦਾ। ਲੇਕਿਨ ਉਹੀ ਪਿਆਰਿਓ ਗੱਡੀ ਜਦੋਂ ਸਟੇਸ਼ਨ ਤੇ ਖੜ ਜਾਂਦੀ ਹੈ, ਆਪਣਾ ਸਟੇਸ਼ਨ ਜਦੋਂ ਆ ਜਾਵੇ, ਆਪਾਂ ਇਹ ਥੋੜ੍ਹੀ ਬੋਲਦੇ ਕਿ ਭਾਈ ਚੱਲ ਮਿੱਤਰਾ ਤੇਰੇ ਨਾਲ ਬੜਾ ਪ੍ਰੇਮ ਪੈ ਗਿਆ, ਹੁਣ ਮੈਂ ਆਪਣੇ ਘਰ ਨੂੰ ਨਹੀਂ ਜਾਣਾ, ਤੇਰੇ ਘਰ ਨੂੰ ਜਾਣਾ। ਇਸ ਤਰ੍ਹਾਂ ਕਰਾਂਗੇ ਤਾਂ ਅਗਲੇ ਨੇ ਵੀ ਫਿਰ ਧੱਕੇ ਮਾਰ ਕਰਕੇ ਕਹਿ ਦੇਣਾ ਭਾਈ ਇਹ ਤਾਂ ਗਾਲੀ ਪੈ ਗਿਆ ਕਰਕੇ। ਜਦੋਂ ਪਿਆਰਿਓ ਫਿਰ ਆਪਣਾ ਸਟੇਸ਼ਨ ਆ ਜਾਵੇ, ਆਪਣਾ ਮਕਾਮ ਆ ਜਾਵੇ, ਬੰਦਾ ਉਤਰ ਜਾਂਦਾ, ਫਿਰ ਸਤਿ ਸ੍ਰੀ ਅਕਾਲ ਕਰਕੇ ਫਿਰ ਕਹਿੰਦਾ ਜੀ ਕੋਈ ਨਹੀਂ, ਫਿਰ ਕਦੇ ਸਮਾਂ ਮਿਲਿਆ, ਇਸ ਤਰ੍ਹਾਂ ਕਦੇ ਮੇਲਾ ਹੋਇਆ ਤੇ ਆਪਾਂ ਮਿਲਾਂਗੇ। ਇਸ ਤਰ੍ਹਾਂ ਹੀ ਜਿਹੜਾ ਸਤਿਗੁਰੂ ਮਹਾਰਾਜ ਕਹਿੰਦੇ ਹਨ ਪਰਿਵਾਰ ਦੇ ਨਾਲ ਸਾਡਾ ਸੰਬੰਧ ਸੀ, ਉਹਨਾਂ ਕੋਲ ਸਮਾਂ ਜਦੋਂ ਲੰਘ ਗਿਆ ਪਰਿਵਾਰ ਦੇ ਵਿੱਚ, ਉਹਨਾਂ ਦੇ ਨਾਲ ਸੰਬੰਧ। ਇੱਕ ਵਾਰੀ ਮੁਸਾਫਰ ਜਦੋਂ ਆਪਣੇ ਟਿਕਾਣੇ ਤੇ ਉਤਰ ਜਾਂਦੇ, ਫਿਰ ਦੂਜੇ ਮੁਸਾਫਰ ਨੂੰ ਉਹ ਥੋੜ੍ਹੀ ਮਿਲਦਾ, ਉਹ ਥੋੜ੍ਹੀ ਗੱਲਬਾਤ ਕਰਦਾ। ਆਏ ਪਾਹੁਨੋ ਨਿਸ ਬਿਸਰਾਮ, ਤੇ ਜਿਸ ਤਰ੍ਹਾਂ ਹੁਣ ਤੀਜਾ ਦ੍ਰਿਸ਼ਟਾਂਤ ਦਿੰਦੇ ਹਨ ਕਿ ਜੈਸੇ ਰਹਿਣ ਪਰਾਹੁਣੇ ਉੱਠ ਚਲ ਸਹਿ ਪ੍ਰਭਾਤ।
ਜਿਸ ਤਰ੍ਹਾਂ ਕੋਈ ਪ੍ਰਾਹੁਣਾ ਆਉਂਦਾ ਰਾਤ ਨੂੰ ਆ ਕਰਕੇ ਉਹ ਘਰ ਦੇ ਵਿੱਚ ਟਿਕਦਾ। ਹੋਤ ਪ੍ਰਾਤ ਮਾਰਗ ਕੋ ਚਾਲ, ਜਦੋਂ ਦਿਨ ਚੜ ਜਾਵੇ ਉਹ ਕਹਿ ਦਿੰਦਾ ਚੱਲ ਭਾਈ ਮੈਂ ਤਾਂ ਪ੍ਰਾਹੁਣਾ ਹਾਂ, ਮੁਸਾਫਰ ਹਾਂ। ਉਹ ਦਿਨ ਚੜ੍ਹਦਿਆਂ ਹੀ ਨਿਕਲ ਜਾਂਦਾ। ਸਿਆਣੇ ਕਹਿੰਦੇ ਨਾ, ਇੱਕ ਦਿਨ ਦਾ ਮਹਿਮਾਨ ਦੂਜੇ ਦਿਨ ਦਾ ਬੇਈਮਾਨ। ਇੱਕ ਦਿਨ ਚਲੋ ਇੱਕ ਦੋ ਦਿਨ ਆ ਕਰਕੇ ਕੋਈ ਮਹਿਮਾਨ ਘਰ ਦੇ ਵਿੱਚ ਰੁਕੇ ਤਾਂ ਫਿਰ ਉਹਨੂੰ ਆਪਾਂ ਮਹਿਮਾਨ ਬੋਲਦੇ ਹਾਂ, ਪ੍ਰਾਹੁਣਾ ਬੋਲਦੇ ਹਾਂ। ਲੇਕਿਨ ਉਹ ਆ ਕਰਕੇ ਡੇਰਾ ਹੀ ਪਾ ਲਵੇ, ਕਹਿਣਾ ਹੀ ਨਹੀਂ ਹੈ, ਤੇ ਫਿਰ ਸਿਆਣੇ ਕਹਿੰਦੇ ਕਿ ਭਾਈ ਇਹਦੇ ਮਨ ਵਿੱਚ ਬੇਈਮਾਨੀ ਆ ਗਈ ਹੈ, ਇਹਨੂੰ ਲਾਲਚ ਲੱਗ ਗਈ ਹੈ। ਪ੍ਰਾਹੁਣਾ ਜੇ ਕਰਕੇ ਡੰਡਾ ਡੇਰਾ ਗੜ ਦਵੇ ਘਰ ਦੇ ਵਿੱਚ ਆ ਕਰਕੇ ਉਹ ਬੇਈਮਾਨ ਬਣ ਜਾਂਦਾ। ਮਹਾਰਾਜ ਜੀ ਕਹਿੰਦੇ ਪ੍ਰਾਹੁਣਾ ਜਿਸ ਤਰ੍ਹਾਂ ਰਾਤ ਨੂੰ ਆਉਂਦਾ ਵਿਸ਼ਰਾਮ ਕਰਦਾ, ਦਿਨ ਚੜ੍ਹਦਿਆਂ ਹੀ ਉਹ ਚੱਲ ਜਾਂਦਾ ਹੈ। ਅਬ ਮੇਰੇ ਸਤਿਗੁਰ ਹੈ ਸਭ ਕਿਛ, ਹੁਣ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੀ ਮੇਰੇ ਸਭ ਕੁਛ ਹਨ। ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ। ਅਸਾਂ ਨੇ ਆਪਣਾ ਸਿਰ ਵੇਚ ਦਿੱਤਾ, ਮੇਰੀ ਜਾਤ ਪਾਤ ਹੀ ਸਤਿਗੁਰੂ ਜੀ ਹਨ। ਸਦਨ ਕੁਟੰਬ ਪਿਤਾ ਅਰਮਾਤ, ਤੇ ਸਤਿਗੁਰੂ ਮਹਾਰਾਜ ਜੀ ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ, ਮੇਰਾ ਸਖਾ ਸਹਾਈ। ਤੂੰ ਹੀ ਗੁਰੂ ਸਤਿਗੁਰੂ ਮਹਾਰਾਜ ਮੇਰੀ ਮਾਤਾ ਹੋ, ਤੁਸੀਂ ਮੇਰੇ ਪਿਤਾ ਹੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਪ੍ਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਤਾਂ ਪਾਉ ਕਿਹਾ ਕਾੜਾ ਜੀਓ। ਉਹਨਾਂ ਨੂੰ ਫਿਰ ਕੋਈ ਭੈ ਨਹੀਂ ਹੁੰਦਾ ਜਿਹੜੇ ਗੁਰਦੇਵ ਮਾਤਾ, ਗੁਰੂ ਨੂੰ ਹੀ ਮਾਤਾ ਜਿਨ੍ਹਾਂ ਨੇ ਬਣਾ ਲਿਆ। ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ, ਤੇ ਗੁਰੂ ਹੀ ਜਿਹੜੇ ਉਹਨਾਂ ਦੇ ਵਾਸਤੇ ਸਖਾ ਪਰਮੇਸ਼ਰ, ਪਿਤਾ ਆਦਿਕ, ਭਰਾ ਆਦਿਕ ਸਾਰੇ ਸੰਬੰਧ ਉਹ ਗੁਰੂ ਦੇ ਨਾਲ ਹੀ ਸਥਾਪਿਤ ਕਰ ਲੈਂਦਾ। ਤੇ ਬਾਬਾ ਅਮਰਦਾਸ ਜੀ ਨੇ ਕਿਹਾ ਉਹਨਾਂ ਲੋਕਾਂ ਨੂੰ ਕਿ ਲੋਕੋ ਮੇਰਾ ਕੋਈ ਪਰਿਵਾਰ ਨਹੀਂ ਹੈ, ਬਸ ਸਤਿਗੁਰੂ ਮਹਾਰਾਜ ਹੀ ਮੇਰਾ ਪਰਿਵਾਰ ਹੈ, ਇਹੀ ਮੇਰਾ ਘਰ ਹੈ, ਇਹੀ ਮੇਰਾ ਟਿਕਾਣਾ ਹੈ। ਤੁਧਨੋ ਛੋੜ ਜਾਈਐ ਪ੍ਰਭ ਕੈ ਧਰ, ਆਨ ਨਾ ਬੀਆ ਕੋ ਤੇਰੀ ਸੰਸਰ। ਮੈਂ ਸਤਿਗੁਰਾਂ ਨੂੰ ਛੱਡ ਕਰਕੇ ਦੂਜੇ ਪਾਸੇ ਕਿੱਥੇ ਜਾਵਾਂ। ਜਦੋਂ ਪਿਆਰਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖੀ ਦੀ ਪਰਖ ਕਰਨੀ ਕੀਤੀ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਦੇ ਵਿੱਚ ਧਾਨਖ ਦਾ ਜਦੋਂ ਰੂਪ ਧਾਰਨ ਕਰਨਾ ਕੀਤਾ, ਵਿਕਰਾਲ ਮਹਾਰਾਜ ਜੀ ਨੇ ਰੂਪ ਧਾਰਨ ਕਰਨਾ ਕੀਤਾ, ਡੰਡੇ ਲੈ ਕਰਕੇ ਜਿਹੜਾ ਵੀ ਸਿੱਖ ਆਉਂਦਾ ਸੀ ਡੰਡਿਆਂ ਦੇ ਨਾਲ ਮਾਰ ਮਾਰ ਕਰਕੇ ਮਹਾਰਾਜ ਭਜਾ ਦਿਆ ਕਰਦੇ। ਇਹਨਾਂ ਮਹਾਰਾਜ ਜੀ ਨੇ ਕੁਟਾਪਾ ਚਾੜਿਆ, ਹੱਥਾਂ ਪੈਰਾਂ ਨੂੰ ਭੰਨ ਦਿੱਤਾ ਤੇ ਸਿੱਖਾਂ ਨੂੰ ਕਹਿੰਦੇ ਸਿੱਖੋ ਦੌੜ ਜਾਓ, ਭੱਜ ਜਾਓ, ਕੋਈ ਤੁਹਾਡਾ ਨਾਨਕ ਗੁਰੂ ਨਹੀਂ ਹੈ, ਕੋਈ ਤੁਸੀਂ ਮੇਰੇ ਸੇਵਕ ਸਿੱਖ ਨਹੀਂ ਹੋ। ਇਹ ਮਹਾਰਾਜ ਜੀ ਨੇ ਪਿਆਰਿਓ ਇੱਕ ਪਰਚਾ ਹੀ ਪਾਇਆ ਸੀ ਤੇ ਕਈ ਜਿਹੜੇ ਸਿੱਖ ਸੇਵਕ ਸਾਡੇ ਵਰਗੇ ਸਨ ਉਹ ਤਾਂ ਦੌੜ ਗਏ, ਭੱਜ ਗਿਆ, ਲਹੂ ਲੁਹਾਨ ਕਰ ਦਿੱਤਾ। ਲੇਕਿਨ ਬਾਬਾ ਲੈਣਾ ਜੀ ਮਹਾਰਾਜ ਜੀ ਦੇ ਚਰਨਾਂ ਨੂੰ ਫੜ ਕੇ ਕਹਿੰਦੇ ਮਹਾਰਾਜ ਕਿੱਥੇ ਨਹੀਂ ਜਾਣਾ। ਤੇ ਫਿਰ ਮਹਾਰਾਜ ਜੀ ਸਮਝਾਉਂਦੇ ਲੈਣਿਆ ਕਿਉਂ ਭਾਈ ਇੰਨਾ ਹੱਠ ਕਰਦਾ, ਦੇਖ ਦੂਜਿਆਂ ਨੂੰ ਮੈਨੇ ਕਿਹਾ ਮਾਰਿਆ, ਉਹ ਚੱਲ ਗਏ ਆਪਣੇ ਆਪਣੇ ਘਰਾਂ ਨੂੰ ਚੱਲ ਗਏ, ਤੂੰ ਵੀ ਚੱਲ ਭਾਈ ਆਪਣੇ ਘਰ ਨੂੰ ਚੱਲ ਜਾ। ਬਾਬਾ ਲੈਣਾ ਜੀ ਕਹਿੰਦੇ ਸਤਿਗੁਰੂ ਮਹਾਰਾਜ ਉਹਨਾਂ ਦੇ ਘਰ ਪਰਿਵਾਰ ਸਨ ਤਾਂ ਕਰਕੇ ਉਹ ਆਪਣੇ ਘਰਾਂ ਨੂੰ ਚੱਲ ਗਏ, ਮੇਰਾ ਤਾਂ ਘਰ ਵੀ ਤੁਸੀਂ ਹੋ, ਆਪਣੇ ਘਰ ਨੂੰ ਛੱਡ ਕਰਕੇ ਮੈਂ ਕਿੱਥੇ ਜਾਵਾਂ। ਆਪ ਜੀ ਕਹਿੰਦੇ ਘਰ ਨੂੰ ਜਾਵਾਂ, ਮੈਂ ਮਹਾਰਾਜ ਮੇਰੇ ਘਰ ਵਿੱਚ ਹੀ ਆ ਰਿਹਾ ਨਾ, ਕਿਉਂਕਿ ਆਪ ਜੀ ਹੀ ਤਾਂ ਮੇਰਾ ਘਰ ਹੋ, ਤੁਸੀਂ ਹੀ ਮੇਰਾ ਪਰਿਵਾਰ ਹੋ। ਇਸ ਤਰ੍ਹਾਂ ਹੀ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੇ ਜਦੋਂ ਲੋਕਾਂ ਨੇ ਕਿਹਾ ਚਲੋ ਬਾਬਾ ਜੀ ਘਰ ਨਾਲ ਵਿਪਤਾ ਪੈ ਜਾਂਦੀ ਹੈ, ਜਦੋਂ ਤਿਆਗ ਦਿੱਤਾ ਤੇ ਤਿਆਗ ਹੀ ਦੇਣਾ ਚਾਹੀਦਾ। ਫਿਰ ਉਹਦੇ ਨਾਲ ਮੋਹ ਕਰਾਂਗੇ ਤਾਂ ਬੰਦਾ ਨਾ ਇਤਕਾ ਰਹਿੰਦਾ ਨਾ ਉਤਕਾ ਰਹਿੰਦਾ। ਇਹੀ ਸਹਾਇਕ ਹੋਏ ਅੰਤ ਕੋ, ਤੇ ਜਦੋਂ ਮੇਰਾ ਅੰਤ ਆਵੇਗਾ ਬਾਬਾ ਜੀ ਕਹਿੰਦੇ ਸਤਿਗੁਰੂ ਮਹਾਰਾਜ ਜੀ ਨੇ ਹੀ ਤਾਂ ਮੇਰੀ ਸਹਾਇਤਾ ਕਰਨੀ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਹਰ ਕਾ ਨਾਮ ਤਹਿ ਸੰਗ ਸਹਾਈ। ਉਥੇ ਤਾਂ ਹਰੀ ਜੀ ਨੇ ਮੇਰੇ ਗੁਰੂਆਂ ਨੇ ਹੀ ਮੇਰੀ ਰਾਖੀ ਕਰਨੀ ਹੈ। ਰਹਿ ਏਕਲ ਜਹ ਕੋਈ ਨਾ ਜਾਤ, ਜਦੋਂ ਬੰਦਾ ਇਕੱਲਾ ਉਸ ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਹ ਪੈਂਡੇ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਤੇ ਜਹ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ। ਭਾਵ ਕੇ ਉਸ ਮਾਰਗ ਦੇ ਉੱਤੇ ਤਾਂ ਕੋਈ ਪਰਿਵਾਰ ਨਹੀਂ ਆਵੇਗਾ, ਕੋਈ ਘਰ ਵਾਲੇ, ਕੋਈ ਧੀਆਂ ਪੁੱਤ ਨੇ ਨਹੀਂ ਆਉਣਾ।
ਬਸ ਉਥੇ ਤਾਂ ਗੁਰੂ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਮਾਲੇ। ਸਤਿਗੁਰੂ ਮਹਾਰਾਜ ਜੀ ਮੇਰੇ ਉਥੇ ਅੰਗ ਸੰਗ ਸਹਾਈ ਹੋਣਗੇ। ਜੀਵਤ ਪ੍ਰਾਨ ਆਧਾਰ ਇਹੀ ਹੈ, ਜਦੋਂ ਤੱਕ ਮੈਂ ਜੀਵਤ ਹਾਂ ਤੇ ਮੇਰੇ ਪ੍ਰਾਣਾਂ ਦੇ ਆਧਾਰ ਹੀ ਸਤਿਗੁਰੂ ਹਨ। ਬਿਨ ਪਗ ਦੇਖੇ ਭਾਈ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ? ਜਦੋਂ ਆਪਾਂ ਬੋਲਾਂਗੇ ਨਾ ਜੀ ਅਸੀਂ ਮਾਝੇ ਦੇ ਰਹਿਣ ਵਾਲੇ, ਉਹ ਕਹਿੰਦੇ ਲੈ ਭਾਈ ਤੂੰ ਤਾਂ ਆਪਣਾ ਹੋਇਆ, ਆਪਾਂ ਵੀ ਮਾਝੇ ਰਹਿੰਦੇ ਆ। ਜ਼ਿਲ੍ਹਾ ਕਿਹੜਾ? ਉਹ ਕਹਿ ਦੇਵੇ ਜੀ ਅੰਮ੍ਰਿਤਸਰ ਸਾਹਿਬ। ਲੈ ਭਈ ਸਾਡਾ ਵੀ ਉਹੀ ਜ਼ਿਲ੍ਹਾ ਹੈ, ਚੱਲ ਆਪਾਂ ਇਕੱਠੇ ਹੀ ਰਵਾਂਗੇ, ਚੱਲ ਇਕੱਠੇ ਹੀ ਚੱਲਾਂਗੇ। ਇਸ ਤਰ੍ਹਾਂ ਹੀ ਫਿਰ ਜਿਹੜੇ ਆਸ-ਪਾਸ ਦੇ ਜਿਹੜੇ ਸੇਵਕ ਸਿੱਖ ਸਨ ਨਗਰਾਂ ਦੇ, ਉਹਨਾਂ ਨੇ ਕਿਹਾ ਬਾਬਾ ਜੀ ਚਲੋ ਅਸੀਂ ਘਰ ਜਾ ਰਹੇ ਹਾਂ, ਪਰਿਵਾਰ ਵਾਲੇ ਬੜਾ ਤੁਹਾਨੂੰ ਯਾਦ ਕਰਦੇ ਆ, ਤੇ ਚਲੋ ਆਪ ਜੀ ਘਰ ਨੂੰ ਚੱਲਣਾ ਕਰੋ। ਤੇ ਮਹਾਰਾਜ ਜੀ ਨੇ ਇਹ ਸਾਫ਼ ਸਿੱਧਾ ਜਵਾਬ ਦੇ ਕਰਕੇ ਇਨਕਾਰ ਕਰ ਦਿੱਤਾ, ਕਿਹਾ ਕਿ ਭਾਈ ਉਹ ਮੇਰਾ ਤੇ ਉਹ ਲੋਕ ਜਿਹੜੇ ਉਹ ਤਾਂ ਕਹਿ ਨਹੀਂ ਸਕੇ, ਲੇਕਿਨ ਮਨ ਹੀ ਮਨ ਸੋਚਦੇ ਕਿ ਬਾਬਾ ਅਮਰਦਾਸ ਜੀ ਮਹਾਰਾਜ, ਕਿਉਂਕਿ ਪਿਆਰਿਓ ਇਹ ਅੱਗੇ ਜੋ ਆਉਣ ਵਾਲਾ ਸ਼ਬਦ ਕਹਿਣ ਨੂੰ ਹੀਆ ਤਾਂ ਨਹੀਂ ਕਰਦਾ, ਲੇਕਿਨ ਇਤਿਹਾਸ ਬਿਆਨ ਕਰਨ ਵਾਸਤੇ ਕਹਿਣਾ ਪੈਂਦਾ। ਉਹਨਾਂ ਨੇ ਕਹਿ ਦਿੱਤਾ ਕਿ ਲੱਗਦਾ ਬਾਬਾ ਅਮਰਦਾਸ ਨਲਾਇਕ ਹੋ ਗਿਆ, ਨਿਕੰਮਾ ਹੋ ਗਿਆ। ਕਰਤ ਸੇਵ ਨਿਸ ਦਿਨ ਸ੍ਰੀ ਗੁਰ ਕੀ, ਨਿਸ ਦਿਨ ਦਿਨ ਰਾਤ ਸਤਿਗੁਰੂ ਮਹਾਰਾਜ ਜੀ ਦੀ ਹੀ ਇਹ ਸੇਵਾ ਕਰਦੇ ਰਹਿੰਦੇ। ਅਹੰ ਮੇਵ ਤਜਕੈ ਸਬਰੀ, ਲੇਕਿਨ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੇ ਅਹੰਕਾਰ ਦਾ ਤਿਆਗ ਕੀਤਾ। ਅਹੰਕਾਰ ਦਾ ਤਿਆਗ ਕਰਕੇ ਦਿਨ ਰਾਤ ਗੁਰਾਂ ਦੀ ਸੇਵਾ ਕਰਦੇ ਹਨ। ਦਿਨ ਪ੍ਰਤ ਅਧਿਕ ਅਧਿਕ ਹੀ ਸੇਵ ਹੈ, ਦਿਨ ਪ੍ਰਤੀ ਦਿਨ ਪਿਆਰਿਓ ਚਾਅ ਜਿਹੜਾ ਵੱਧਦਾ ਜਾਂਦਾ। ਰੰਗ ਲਾਗਤ 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 ਹੈ, ਭ੍ਰਮ ਭਾਗਤ 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 ਹੈ, ਔਰ ਜਾਗਤ 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 ਹੈ। ਰੰਗ ਪਿਆਰਿਓ ਇੱਕੋ ਦਿਨ ਦੇ ਵਿੱਚ ਰੰਗ ਨਹੀਂ ਚੜ ਜਾਂਦਾ। ਕਈਆਂ ਨੂੰ ਲੱਗਦਾ ਕਿ ਭਾਈ ਅੱਜ ਆਪਾਂ ਗਏ ਗੁਰਦੁਆਰੇ, ਕੱਲ ਬ੍ਰਹਮ ਗਿਆਨੀ ਬਣ ਜਾਣਾ ਚਾਹੀਦਾ, ਲੇਕਿਨ ਪਿਆਰਿਓ ਇੱਕ ਦਿਨ ਦੇ ਵਿੱਚ ਕੋਈ ਬ੍ਰਹਮ ਗਿਆਨੀ ਨਹੀਂ ਬਣਦਾ। ਰੰਗ ਇੱਕੋ ਦਿਨ ਥੋੜੀ ਲੱਗਦਾ, ਹੌਲੀ ਹੌਲੀ ਰੰਗ ਚੜਦਾ। ਸੇਵਾ ਦਾ ਵੀ ਸਿਮਰਨ ਦਾ ਵੀ ਰੰਗ ਜਿਹੜਾ ਹੈ ਹੌਲੀ ਹੌਲੀ ਰਗਦਾ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਜਦੋਂ ਸੇਵਾ ਕਰਦੇ ਕਰਦੇ ਬਤੀਤ ਕਰਦੇ, ਜਿੰਨਾ ਸਮਾਂ ਬਤੀਤ ਹੋਈ ਜਾਂਦਾ ਉਹਨਾਂ ਸੇਵਾ ਦੇ ਵਿੱਚ ਸਿਮਰਨ ਦੇ ਵਿੱਚ ਰੰਗ ਲੱਗ ਰਿਹਾ ਹੈ, ਰੰਗ ਚੜ ਰਿਹਾ ਹੈ। ਕਰਤ ਚੌਂਪ ਅਤ ਉਪਜਤ ਚੀਤ, ਬਹੁਤ ਚੌਂਪ ਦੇ ਨਾਲ ਜਦੋਂ ਪਿਆਰਿਓ ਸੇਵਾਦਾਰ ਨੂੰ ਕਹਿਣ ਦੀ ਲੋੜ ਪਵੇ ਤੇ ਉਹ ਅਸਲੀ ਸੇਵਾਦਾਰ ਨਾ ਜਾਣਨਾ ਕਰੋ। ਸੇਵਾਦਾਰ ਨੂੰ ਤਾਂ ਕਹਿਣ ਦੀ ਲੋੜ ਹੀ ਨਾ ਪਵੇ, ਉਹ ਆਪ ਮੁਹਾਰੇ ਸੁਤੇ ਸਿੱਧ ਸੇਵਾ ਕਰ ਜਾਵੇ, ਉਹਨੂੰ ਅਸਲੀ ਸੇਵਕ ਬੋਲਦੇ। ਸੁਨ ਹੈ ਨਾ ਭਨ ਹੈ ਨਾ ਆਨ ਬੈਨ, ਜੋ ਕੋਈ ਆ ਕਰਕੇ ਕੋਈ ਦੂਜਾ ਤੀਜਾ ਗੱਲਾਂ ਬਾਤਾਂ ਕਰਦਾ, ਲਾ ਆਪਣੇ ਪਿੰਡ ਦੇ ਵਿੱਚ ਇੰਜ ਹੋ ਗਿਆ, ਗੁਰੂ ਘਰ ਦੇ ਵਿੱਚ ਇਹ ਹੋ ਗਿਆ। ਸਤਿਗੁਰੂ ਮਹਾਰਾਜ ਬਸ ਕੰਨੀ ਬੁੱਝੇ ਦੇ ਰਹਾ ਕੀਤੀ ਵਗੈ ਪੌਣ, ਜੋ ਮਰਜੀ ਬਗਬਾਤ ਕਰੀ ਜਾਣ, ਮਹਾਰਾਜ ਜੀ ਬਚਨ ਨਹੀਂ ਸੁਣਦੇ, ਨਾ ਕਿਤੇ ਤਾਈ ਕੋਈ ਭਲਾ ਬੁਰਾ ਬੋਲਦੇ। ਮਨ ਗਿਨਹਿ ਨ ਗਿਣਤੀ ਕੁਛ ਵਿਪਰੀਤ, ਜੇ ਕੁਛ ਵੀ ਵਿਪਰੀਤ ਹੋ ਜਾਵੇ, ਕੋਈ ਕੰਨ ਭਰਨ ਵਾਲੇ ਕਈ ਜਿਹੜੇ ਪਿਆਰਿਓ ਨਿੰਦਕ ਬੜੇ ਬੈਠੇ ਹੋਏ, ਚੁਗਲੀ ਲਾਉਣ ਵਾਲੇ ਚੁਗਲਖੋਰ ਵੀ ਬੜੇ ਹੁੰਦੇ ਹਨ, ਤਰ੍ਹਾਂ ਤਰ੍ਹਾਂ ਦੀਆਂ ਚੁਗਲੀਆਂ ਮਾਰਦੇ। ਕਹਿੰਦੇ ਲੈ ਬਾਬਾ ਜੀ ਤੁਸੀਂ ਇੰਨੀ ਸੇਵਾ ਕਰਦੇ, ਲੇਕਿਨ ਫਲਾਣੇ ਨੇ ਤਾਂ ਕੁਛ ਨਹੀਂ ਕੀਤਾ, ਉਹਨੂੰ ਇਹ ਹੋ ਗਿਆ, ਤੁਸੀਂ ਇਹ ਕਰੋ। ਲੇਕਿਨ ਸਤਿਗੁਰੂ ਮਹਾਰਾਜ ਉਹਨਾਂ ਦੇ ਵੱਲ ਧਿਆਨ ਹੀ ਨਹੀਂ ਦਿੰਦੇ, ਤਵੱਜੋ ਹੀ ਨਹੀਂ ਦਿੰਦੇ। ਤਨ ਮਨ ਅਰਪਿਓ ਚਰਨ ਗੁਰੂ ਕੇ, ਜਿਨ੍ਹਾਂ ਨੇ ਆਪਣਾ ਤਨ ਮਨ ਸਭ ਜਿਹੜਾ ਹੈ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਅਰਪਣ ਕਰ ਦਿੱਤਾ। ਇਸੇ ਖਿਆਲ ਮਹਿ ਪਰਮ ਅਤੀਤ, ਇਹੀ ਖਿਆਲ ਦੇ ਵਿੱਚ ਪਰਮ ਅਤੀਤ ਬਣ ਗਏ ਹਨ। ਕੋਈ ਆ ਕਰਕੇ ਭਲਾ ਬੁਰਾ ਵੀ ਬੋਲਦਾ, ਚਿੱਤ ਜਦੋਂ ਉਸ ਪਾਸੇ ਜਾਂਦਾ ਤੇ ਮਨ ਨੂੰ ਰੋਕ ਲੈਂਦੇ, ਕਹਿੰਦੇ ਕਿ ਮਨਾ ਮੈਂ ਤਾਂ ਆਪਣਾ ਤਨ ਤਾਂ ਮੇਰਾ ਨਹੀਂ ਹੈ, ਹੁਣ ਇਹ ਅਹੰਕਾਰ ਵੀ ਤਾਂ ਸਨਮਾਨ ਸਤਿਕਾਰ ਵੀ ਤਾਂ ਮੇਰਾ ਥੋੜੀ ਹੈ, ਇਹ ਗੁਰੂ ਦਾ ਹੀ ਹੈ। ਇਹ ਮਨ ਵਿੱਚ ਧਾੜਸ ਬੰਨ ਕਰਕੇ ਉਸ ਵੱਲ ਧਿਆਨ ਹੀ ਨਹੀਂ ਦਿੰਦੇ ਹਨ। ਪੁਨ ਸੰਮਤ ਦੂਸਰ ਭਾ ਪੂਰਨ, ਇਸ ਤਰ੍ਹਾਂ ਪਿਆਰਿਓ ਸੇਵਾ ਸਿਮਰਨ ਕਰਦਿਆਂ ਦੂਜਾ ਸਾਲ ਵੀ ਜਦੋਂ ਬਤੀਤ ਹੋਇਆ, ਸ੍ਰੀ ਗੁਰ ਦੂਜੋ ਦੀਨ ਰੁਮਾਲ, ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਦੂਜਾ ਰੁਮਾਲ ਜਿਹੜਾ ਦਸਤਾਰ ਸਤਿਗੁਰੂ ਮਹਾਰਾਜ ਜੀ ਨੂੰ ਭੇਟ ਕੀਤੀ। ਬਖਸ਼ਿਸ਼ ਜਾਨੀ ਸੁਆਮੀ ਕਰ ਕੀ,
ਆਪਣੇ ਮਾਲਕ ਦੀ ਇਹ ਬਖਸ਼ਿਸ਼ਾਂ ਜਾਣ ਕਰਕੇ ਸਿਰ ਪਰ ਬਾਂਧ ਲੀਨ ਤਤਕਾਲ। ਉਹ ਦਸਤਾਰਾ ਵੀ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸਿਰ ਦੇ ਉੱਤੇ ਸਜਾਉਣਾ ਕੀਤਾ। ਦ੍ਰਿੜ ਕਰ ਦਾਮ ਜੇ ਉਤਰਹਿ ਨਾਹਿ। ਫਿਰ ਪਿਆਰਿਓ ਚੰਗੀ ਤਰ੍ਹਾਂ ਕੱਸ ਕਰਕੇ, ਕਿਉਂਕਿ ਦਾਸ ਨੇ ਕੱਲ ਵੀ ਪਿਆਰਿਓ ਬੇਨਤੀ ਕੀਤੀ ਸੀ, ਜਦੋਂ ਆਪਾਂ ਮਿਹਨਤ ਦਾ ਮਸ਼ੱਕਤ ਦਾ ਕੰਮ ਕਰਦੇ ਹਾਂ ਤੇ ਉਸ ਵੇਲੇ ਦਸਤਾਰ ਜਿਹੜੀ ਹੈ ਕੱਸ ਕੇ ਬੰਨਣੀ ਚਾਹੀਦੀ ਹੈ। ਕਿਉਂਕਿ ਕਈ ਵਾਰੀ ਕੀ ਹੁੰਦਾ, ਦਸਤਾਰ ਜੇ ਢਿੱਲੀ ਹੈ ਤਾਂ ਫਿਰ ਜਦੋਂ ਆਪਾਂ ਮਿਹਨਤ ਦਾ ਕੰਮ ਕਰਦੇ ਹਾਂ ਉਹ ਲਾਉਣ ਦਾ ਜਿਹੜਾ ਖਤਰਾ ਬਣ ਜਾਂਦਾ। ਇਸ ਕਰਕੇ ਚੰਗੀ ਤਰ੍ਹਾਂ ਘੁੱਟ ਕਰਕੇ ਦਸਤਾਰ ਨੂੰ ਸਤਿਗੁਰੂ ਮਹਾਰਾਜ ਬੰਨਿਆ ਕਰਦੇ ਹਨ। ਸਿਥਿਲ ਹੋਹੇ ਪੁਨ ਲੇਹ ਸੰਭਾਲ। ਜਦੋਂ ਸਿਥਿਲ ਹੋ ਜਾਵੇ, ਢਿੱਲੇ ਪੇਚ ਪੈ ਜਾਣ, ਫਿਰ ਤੋਂ ਦਸਤਾਰਾ ਲਾ ਕਰਕੇ ਸਤਿਗੁਰੂ ਮਹਾਰਾਜ ਫਿਰ ਉਹਨੂੰ ਸਜਾ ਲੈਂਦੇ ਹਨ ਸੀਸ ਦੇ ਉੱਤੇ। ਕਬਹੂ ਨਹੀਂ ਉਤਾਰ ਨਿਹਾਰੀ। ਤੇ ਕਦੇ ਵੀ ਜਿਹੜੇ ਉਸ ਵੇਲੇ ਮੌਜੂਦ ਸਨ ਨਾ ਸੇਵਕ ਸੇਖਾ, ਉਹ ਦੱਸਦੇ ਕਿ ਮਹਾਰਾਜ ਜੀ ਨੇ ਉਹ ਦਸਤਾਰ ਕਦੇ ਮਹਾਰਾਜ ਜੀ ਦੀ ਜੋ ਅਸੀਸ ਜਾਣ ਕਰਕੇ ਜੋ ਧਾਰਨ ਕਰਨਾ ਕੀਤਾ ਉਹਨੂੰ ਜੁਦਾ ਨਹੀਂ ਕੀਤਾ। ਭੀਜਹਿ ਕਈ ਬਾਰ ਜਲਨਾ। ਕਈ ਵਾਰੀ ਜਲ ਦੇ ਨਾਲ ਪਿਆਰਿਓ ਦਸਤਾਰ ਜਿਹੜੀ ਹੈ ਭਿੱਜ ਜਾਇਆ ਕਰਦੀ। ਬੈਸ ਘਟਤ ਨਿਤ ਪ੍ਰੇਮ ਬਧਤ ਚਿਤ। ਦੇਖੋ ਕਿਹੋ ਜੀ ਵਿਡੰਬਣਾ ਹੈ। ਇੱਕ ਪਾਸੇ ਤਾਂ ਉਮਰਾਂ ਜਿਹੜੀ ਹੈ ਬਤੀਤ ਹੋਈ ਜਾ ਰਹੀ ਹੈ, ਭਾਵ ਕਿ ਬਜ਼ੁਰਗ ਅਵਸਥਾ ਦੇ ਵਿੱਚ ਅੱਗੇ ਵਧੀ ਜਾ ਰਹੇ ਹਨ, ਲੇਕਿਨ ਉਮਰਾਂ ਵੱਧ ਰਹੀ ਹੈ, ਪ੍ਰੇਮ ਜਿਹੜਾ ਨਹੀਂ ਘਟ ਰਿਹਾ। ਪ੍ਰੇਮ ਪਿਆਰਿਓ ਵੱਧ ਰਿਹਾ। ਉਮਰ ਘਟ ਰਹੀ ਹੈ ਤੇ ਪ੍ਰੇਮ ਵੱਧ ਰਿਹਾ। ਜਿਸ ਤਰ੍ਹਾਂ ਆਪਾਂ ਤਕੜੀ ਦੇ ਉੱਤੇ ਪਿਆਰਿਓ ਰੱਖ ਕਰਕੇ ਤੋਲਦੇ ਆ, ਤਕੜੀ ਇਹ ਬਹੁਤ ਕਈ ਵਾਰੀ ਆਪਨੇ ਵੇਖਿਆ ਹੋਵੇਗਾ, ਦੋ ਤਕੜੀਆਂ ਹੁੰਦੀਆਂ। ਤਕੜੀ ਦੇ ਵਿੱਚ ਪਿਆਰਿਓ ਜਿਹਦਾ ਭਾਰ ਜ਼ਿਆਦਾ ਹੋ ਜਾਵੇ ਉਹ ਥੱਲੇ ਚੱਲ ਜਾਂਦਾ, ਜਿਹਦਾ ਹੌਲਾ ਭਾਰ ਹੋ ਜਾਵੇ ਉਹ ਉੱਤੇ ਉੱਠ ਜਾਂਦਾ ਹੈ, ਭਾਵ ਕਿ ਉਹ ਅੱਗੇ ਵੱਧ ਰਿਹਾ ਹੈ। ਉਮਰਾਂ ਵੱਧ ਰਹੀਆਂ, ਪ੍ਰੇਮ ਉਤੇ ਉਮਰਾਂ ਵੀ ਵੱਧ ਰਹੀਆਂ ਤੇ ਪ੍ਰੇਮ ਵੀ ਜਿਹੜਾ ਸਤਿਗੁਰੂ ਮਹਾਰਾਜ ਜੀ ਦਾ ਉਹ ਵੀ ਵਧੀ ਜਾ ਰਿਹਾ, ਉਹ ਘਟ ਨਹੀਂ ਰਿਹਾ। ਤਿਉ ਤਿਉ ਸੇਵਾ ਕਰਹਿ ਕਿਰਪਾਲ। ਉਸ ਤਰ੍ਹਾਂ ਫਿਰ ਜਦੋਂ ਛਨ ਹੈ ਮੂਰਖ। ਕਈ ਜਿਹੜੇ ਮੂਰਖ ਮਤੀਏ ਲੋਕ ਆ ਕਰਕੇ ਮਹਾਰਾਜ ਜੀ ਦਾ ਉਪਹਾਸ ਹਾਸਾ ਠੱਠਾ ਕਰਦੇ। ਨਹਿ ਮਨ ਹੈ ਕਰ ਮੌਨ ਬਿਸਾਰ। ਮਹਾਰਾਜ ਉਹਨਾਂ ਦੇ ਵੱਲ ਤਵੱਜੋ ਹੀ ਨਹੀਂ ਦਿੰਦੇ, ਵੇਖਦੇ ਹੀ ਨਹੀਂ ਹਨ, ਮੌਨੀ ਬਣ ਕੇ ਰਹਿ ਜਾਂਦੇ, ਚੁੱਪ ਹੋ ਜਾਂਦੇ। ਜੋ ਮਰਜੀ ਭਾਈ ਤੂੰ ਬੋਲੀ ਜਾ, ਬਕਬਾਤ ਕਰੀ ਜਾ। ਭਾਵ ਭਗਤ ਮਹਿ ਜਗ ਹੈ ਨਿਤ ਪ੍ਰਤੀ। ਪ੍ਰੇਮਾ ਭਗਤੀ ਦੇ ਵਿੱਚ ਨਿਤਾ ਪ੍ਰਤੀ ਮਹਾਰਾਜ ਜੀ ਦਾ ਮਨ ਜਿਹੜਾ ਹੈ ਉਹ ਜਾਗ ਰਿਹਾ ਹੈ। ਸੋਇਓ ਜੇ ਜਗ ਕੇ ਜੰਜਾਲ। ਜੋ ਸੰਸਾਰੀ ਜੰਜਾਲ ਦੇ ਵਿੱਚੋਂ ਮਨ ਜਿਹੜਾ ਸੌਂ ਗਿਆ, ਭਾਵ ਕਿ ਜੰਜਾਲਾਂ ਦੇ ਵਿੱਚੋਂ ਮਨ ਟੁੱਟ ਗਿਆ ਤੇ ਗੁਰੂ ਕੀ ਸੇਵਾ ਸਿਮਰਨ ਦੇ ਵਨ ਜਾਗ ਲੈ। ਮਨ ਜਾਗਨ ਹਾਰਾ ਬਿਨ ਹਰ ਆਵਰ ਨਹੀਂ, ਕਿਛ ਕਾਮਾ ਝੂਠਾ ਮੋਹ ਮਿਥਿਆ ਪਾਸਾਰੇ। ਭਾਵ ਕਿ ਪ੍ਰਮਾਤਮਾ ਤੋਂ ਬਗੈਰ ਵੇਖ ਲਿਆ ਕੋਈ ਕੰਮ ਨਹੀਂ ਆਉਣ ਵਾਲਾ ਹੈ ਤੇ ਮਹਾਰਾਜ ਜੀ ਦਾ ਮਨ ਜਿਹੜਾ ਜਾਗਰਤ ਹੋ ਰਿਹਾ। ਵਸਤਰ ਫਟਤ ਤਨ ਦੁਰਬਲ ਹੋਇਓ। ਤੇ ਤਨ ਇੱਕਦਮ ਦੁਰਬਲ ਹੋ ਗਿਆ ਤੇ ਜੋ ਮਹਾਰਾਜ ਜੀ ਵਸਤਰ ਸਜਾਉਂਦੇ ਨਾ ਤਨ ਦੇ ਉੱਤੇ, ਉਹ ਵੀ ਜਰਾ ਜੀਣ ਹੋ ਗਏ। ਗੁਰ ਅਨੁਰਾਗ ਧਰੇ ਰੰਗ ਨਾਲ। ਲੇਕਿਨ ਪਿਆਰਿਓ ਵਸਤਰ ਜਿਹੜੇ ਹਨ ਉਹ ਉਤਰ ਗਏ, ਵਸਤਰ ਜਿਹੜੇ ਪਾਟ ਗਏ, ਜਰਾ ਜੀਣ ਹੋ ਗਏ, ਲੇਕਿਨ ਜੋ ਪ੍ਰੇਮ ਦਾ ਰੰਗ ਹੈ, ਸੇਵਾ ਦਾ ਰੰਗ, ਉਹ ਘਟ ਨਹੀਂ ਹੋਇਆ। ਹਰ ਰੰਗ ਨਾ ਲਹਿ ਸੁਭਾਗਾ। ਇੱਕ ਵਾਰੀ ਪਿਆਰਿਓ ਇਹ ਰੰਗ ਲੱਗ ਜਾਵੇ ਨਾ, ਉਹ ਰੰਗ ਕਦੇ ਲਹਿੰਦਾ ਨਹੀਂ ਹੈ। ਕਾਇਆ ਕਾਪਰ ਚੀਰ ਬਹੁ ਫਾਟੇ, ਹਰ ਰੰਗ ਨਾ ਲਹਿ ਸੁਭਾਗਾ। ਮਹਾਰਾਜ ਜੀ ਨੇ ਬਚਨ ਕੀਤਾ, ਜੋ ਆਪਾਂ ਵਸਤਰ ਪਾਉਂਦੇ ਆ ਨਾ ਸਰੀਰ ਦੇ ਉੱਤੇ, ਵਸਤਰ ਵੀ ਪਿਆਰਿਓ ਪਾਟ ਜਾਂਦੇ ਹਨ, ਸਮਾਂ ਪਾ ਕਰਕੇ ਉਹ ਵੀ ਖਤਮ ਹੋ ਜਾਂਦੇ। ਇਸ ਤਰ੍ਹਾਂ ਹੀ ਆਤਮਾ ਨੇ ਜਿਹੜਾ ਵਸਤਰ ਧਾਰਨ ਕਰਨਾ ਕੀਤਾ, ਤਨ ਦਾ ਵਸਤਰ ਹੈ, ਕਾਇਆ ਦਾ ਵਸਤਰ ਹੈ, ਉਹ ਵੀ ਪਿਆਰਿਓ ਪਾਟ ਜਾਂਦਾ, ਜਰਾ ਜੀਣ ਹੋ ਜਾਂਦਾ, ਲੇਕਿਨ ਹਰ ਰੰਗ ਨਾ ਲਹੈ ਸੁਭਾਗਾ। ਜਿਹਨੂੰ ਪ੍ਰੇਮ ਦਾ ਰੰਗ ਚੜ ਜਾਵੇ ਉਹਦਾ ਪ੍ਰੇਮ ਦਾ ਰੰਗ ਨਹੀਂ ਲੈਂਦਾ ਹੈ। ਜਿਸ ਤਰ੍ਹਾਂ ਕਿ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਆਪਾਂ ਵੇਖਦੇ ਹਾਂ, ਕਾਇਆ ਦੇ ਸਰੀਰ ਦੇ ਪਿਆਰਿਓ ਤੇ ਟੋਟੇ ਟੋਟੇ ਉਹਨਾਂ ਨੇ ਕਰਵਾ ਦਿੱਤੇ, ਟੁਕੜੇ ਟੁਕੜੇ ਉਹਨਾਂ ਦੇ ਕਰ ਦੇਣੇ ਕੀਤੇ। ਬੇਸ਼ੱਕ ਕਾਇਆ ਉਹਨਾਂ ਦਾ ਸਰੀਰ ਰੂਪੀ ਵਸਤਰ ਪਾਟਿਆ ਗਿਆ, ਲੇਕਿਨ ਜਿਹੜਾ ਨਾਮ ਦਾ ਰੰਗ ਜਿਹੜਾ ਸੀ ਉਹ ਬਰਕਰਾਰ ਸੀ। ਬਾਬਾ ਦੀਪ ਸਿੰਘ ਸਾਹਿਬ
ਭਾਈ ਤਾਰੂ ਸਿੰਘ ਸਾਹਿਬ ਜੀ ਖੋਪਰੀ ਜਿਨ੍ਹਾਂ ਦੀ ਲੈ ਗਏ। ਸਰੀਰ ਰੂਪੀ ਬਸਤਰ ਪਾਟਿਆ ਗਿਆ, ਲੇਕਿਨ ਹਰ ਰੰਗ ਨਾ ਲਹੈ ਸੁਭਾਗਾ। ਪ੍ਰੇਮ ਦਾ ਰੰਗ, ਸਿੱਖੀ ਦਾ ਰੰਗ ਜਿਹੜਾ ਹੈ ਤੇ ਉਹ ਦੂਣ ਸਵਾਇਆ ਚੜੀ ਜਾ ਰਿਹਾ ਸੀ, ਚੜੀ ਜਾ ਰਿਹਾ ਸੀ। ਤ੍ਰਿਤੀ ਬਰਖ ਮਹਿ ਸ੍ਰੀ ਗੁਰੂ ਅੰਗਦ। ਫਿਰ ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਤੀਜਾ ਸਾਲ ਜਦੋਂ ਬਤੀਤ ਹੋਇਆ, ਤ੍ਰਿਤੀ 1.5 ਗਜ ਦੀਨ ਉੱਚੀ। ਫਿਰ ਮਹਾਰਾਜ ਜੀ ਨੇ 1.5 ਗਜ ਦਾ ਇੱਕ ਰੁਮਾਲਾ ਜਿਹੜਾ ਸਤਿਗੁਰਾਂ ਨੂੰ ਭੇਟ ਕੀਤਾ ਹੈ, ਅਰਪਣ ਕਰਨਾ ਕੀਤਾ। ਨਹਿ ਬੋਲੇ ਹੈ ਤਹ ਸੰਗ ਕਬਹਿ ਕੁਛ। ਲੇਕਿਨ ਸਤਿਗੁਰੂ ਮਹਾਰਾਜ ਜੀ ਵੀ ਪੂਰੀ ਪਰਖ ਕਰ ਰਹੇ ਹਨ। ਕਦੇ ਪੈਂਦੀ ਆ ਬਾਸਾਂ ਦੀ ਉਹਨਾਂ ਦੇ ਮੇਰੀਆਂ ਦੇ ਵਿੱਚ, ਉਹਨਾਂ ਦੇ ਬੋਲਣ ਦੇ ਵਿੱਚ, ਉਹਨਾਂ ਦੇ ਬੋਲਣ ਦੇ ਵਿੱਚ ਪਿਆਰੇ ਮਸੀਹਾਂ ਥੋੜੀ ਰਹੀਆਂ ਹਨ। ਜੋ ਹੋਰ ਜਾਂਦੇ ਆ ਗੱਲ ਹੋ ਜਾਇਆ ਇੱਕ ਜਿਹੜੀ ਗੱਲ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਗੱਲ ਹੈ। ਸ਼ਾਮ ਦੇ ਵਿੱਚ ਮਹਾਰਾਜ ਸ਼ਾਮ ਦੇ ਵਿੱਚ ਬਾਬਾ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਨਾਥਾ ਜਿਹੜਾ ਉਹਦੀ ਸੇਵਾ ਕੀਤੀ। ਸੇਵਾ ਤੇ ਜੋ ਉਹਦੇ ਵਿੱਚ ਪ੍ਰਾਂਤ ਜਿਹੜਾ ਉਹਦੇ ਪਾਕ ਨਿਕਲ ਦਰਦੇ ਉਹ ਜਿਹੜਾ ਫੇਰ ਲੈ ਕਰਕੇ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਬਾਹਰ ਕੱਢ ਫਿਰ ਕੇ ਉਹਨੂੰ ਬਾਹਰ ਬਲਚ ਕੇ ਕਰ ਦਿੰਦੇ ਹਨ ਮਹਾਰਾਜ ਦੇ ਆਨੰਦ ਫਿਰ ਪਿਆਰਿਓ ਮਹਾਰਾਜ ਜੀ ਦੇ ਸੁਖ ਦੇ ਵਾਸਤੇ ਉਹ ਸਾਡੀ ਦੀ ਸੇਵਾ ਕਰਿਆ ਕਰਦੇ। ਸੇਵਾ ਇਹ ਸੋਚਦੇ ਹਨ ਕਿ ਸਤਿਗੁਰੂ ਮਹਾਰਾਜ ਜੀ ਨੂੰ ਭਾਈ ਕੋਈ ਸੰਕਟ ਨਾ ਪ੍ਰਾਪਤ ਹੋਵੇ। ਇੱਕ ਜਾਮ ਜਦੋਂ ਮਹਾਰਾਜ ਜੀ ਇੱਕ ਜਾਮ ਦੀ ਸੇਵਾ ਮਹਾਰਾਜਾਂ ਦੇ ਅਧਿਆਨ ਨਾਲ ਬਤੀਤ ਹੋ ਗਿਆ। ਮਨ ਵਿੱਚ ਸੋਚਦੇ ਕਿ ਮਨਾ ਰਸੋਈ ਦੀ ਸੇਵਾ ਕਰਦੇ ਹਾਂ, ਮੈਨੂੰ ਜੋ ਸ਼ਕਤੀ ਪ੍ਰਾਪਤ ਹੋਈ ਹੈ, ਜੋ ਰਿੱਧੀਆਂ ਸਿੱਧੀਆਂ ਹੋ ਰਹੀਆਂ ਉਹ ਕਿਸ ਕੰਮ ਸੀ, ਕਿਸ ਕੰਮ ਸੀ। ਜੇ ਸਤਿਗੁਰੂ ਮਹਾਰਾਜ ਜੀ ਦੇ ਸਰੀਰ ਨੂੰ ਦੁੱਖ ਹੈ, ਪੀੜਾ ਹੈ, ਸਰੀਰ ਨੂੰ ਮੇਰਾ ਮੇਰੀ ਸ਼ਕਤੀ ਦਾ ਕੀ ਫਾਇਦਾ ਹੋ, ਮੇਰਾ ਕੀ ਫਾਇਦਾ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਰੋਪ ਕਰਨਾ ਚਾਹੀਦਾ। ਭਾਵ ਕਿ ਮਨ ਸੋਚਦੇ ਕਿ ਮੈਂ ਇਹੋ ਜਿਹੀ ਸੇਵਾ ਕਰਾਂ, ਇਹੋ ਜਿਹੀ ਸੇਵਾ ਕਰਾਂ ਜਿਸ ਕਰਕੇ ਆਪ ਪੀੜਾ ਮਹਾਰਾਜ ਜੀ ਦੇ ਖਤਮ ਹੋ ਜਾਵੇ, ਖਤਮ ਹੋ ਜਾਵੇ। ਸਤਿਗੁਰੂ ਮਹਾਰਾਜ ਨੂੰ ਹਰ ਪ੍ਰਾਣ ਦੇ ਨਾਲ ਸੁਖ ਦੀ ਪ੍ਰਾਪਤੀ ਹੋਵੇਗੀ। ਇਸ ਤਰ੍ਹਾਂ ਪਿਆਰਿਓ ਕਿਉਂਕਿ ਇਸ ਤਰ੍ਹਾਂ ਪਿਆਰਿਓ ਕੀਤੀ ਸੀ ਨਾ ਜੋ ਸਿੱਧੀਆਂ ਬੇੜੀਆਂ ਜੋ ਕਰਾਮਾਤਾਂ ਦੀਆਂ ਸਿੱਧੀਆਂ ਕਰਾਮਾਤ ਦੇ ਮਗਰ ਲੱਗਣ ਵਾਲੇ ਪਿਆਰਿਆਂ ਫਿਰ ਮੰਤਰ ਕਰਨ ਵਾਲੇ ਪਏ ਉਹਦਾ ਇਹ ਹੋ ਜਾਵੇ, ਉਹਦਾ ਮਾਲਾ ਇਹਦਾ ਬੁਰਾ ਹੋਵੇ। ਜਿਹੜੇ ਪਿਆਰਿਓ ਮਹਾਂਪੁਰਖ ਸੱਚੇ ਜਿਹੜੇ ਮਹਾਂਪੁਰਖ ਜਿਨ੍ਹਾਂ ਦੇ ਸਾਹਮਣੇ ਗੁਰੂ ਦੀ ਦਾਤ ਪ੍ਰਾਪਤੀ ਹੁੰਦੀ ਹੈ, ਗੁਰੂ ਕੀ ਦਾਤ ਫਿਰ ਇਹ ਹੁੰਦੀ ਹੈ ਉਹ ਮੇਰੇ ਵਿੱਚ ਉਹ ਨਹੀਂ ਕਰਦੇ ਲੈਂਦੇ। ਉਹ ਜਦੋਂ ਅਰਦਾਸ ਬੇਨਤੀ ਕਰਦੇ, ਉਹ ਜਦੋਂ ਬੇਨਤੀ ਦੇ ਵਿੱਚ ਅਰਦਾਸਾਂ ਦੇ ਵਿੱਚ ਉਹ ਕਾਰਜ ਸਫਲਾ ਹੋ ਜਾਂਦਾ। ਉਹ ਕੌਣ ਮੰਨਦੇ ਵਿੱਚ ਬਾਬਾ ਅਮਰਦਾਸ ਜੀ ਮਹਾਰਾਜ ਜੀ ਦੇ ਸੰਕਲਪ ਲਿਆ, ਮਹਾਰਾਜ ਨੇ ਸੰਕਲਪ ਲਿਆ। ਬਸ ਜਦੋਂ ਮਨ ਵਿੱਚ ਸੰਕਲਪ ਲਿਆ, ਨਹੀਂ ਮਨ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਜੀ ਇਹ ਆਪ ਜੀ ਨੂੰ ਮਰਵਾ ਹੈ, ਇਹ ਰੋਗ ਦਾ ਜਵਾਬ ਦੀ ਬਾਤ ਆਏ ਹੋਏ ਬ੍ਰਿਣ ਜਿਹੜਾ ਹੈ ਜਾਓ ਸਾਹਿਬ ਜਿਹੜਾ ਆਪ ਜੀ ਦਾ ਵਧੀਆ ਹੋ ਜਾਵੇ। ਬਾਤ ਪਿਆਰਿਓ ਉਸੇ ਦਿਨ ਕੀ ਆਇਆ ਮਹਾਰਾਜ ਜੀ ਨੇ ਸੰਦੇ ਨਾਲ ਲਿਆ, ਮਹਾਰਾਜ ਜੀ ਨੇ ਅਰਦਾਸ ਬੇਨਤੀ ਕੀਤੀ ਤੇ ਨਾਲ ਹੀ ਪਿਆਰਿਓ ਉਹ ਜਿਹੜਾ ਬਿਲਕੁਲ ਖਤਮ ਹੋ ਗਿਆ, ਉਹ ਰੋਗ ਹੋ ਗਏ, ਰੋਗ ਹੋ ਗਏ। ਦੇਖ ਕਰਕੇ ਪਿਆਰਿਓ ਦੇਖ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਵੀ ਬਿਲਕੁਲ ਬੜੇ ਬੇਇੱਜ਼ਤੀ ਹੋਇਆ। ਆਸ਼ੀਰਵਾਦ ਦੇ ਵਿੱਚ ਖਾ ਸਕਦੇ ਹੋਏ ਕੀ ਹੋ ਗਿਆ। ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੇਖਣਾ ਕਿ ਮਹਾਰਾਜ ਨੇ ਵੇਖਣਾ ਕੀਤਾ, ਜੋ ਚਰਨਾਂ ਦੇ ਵਿੱਚ ਅੰਗੂਠੇ ਦੇ ਵਿੱਚ ਜੋ ਤੇ ਵਿੱਚ ਜੋ ਸਾਖੇ ਦੇ ਵਿੱਚ ਉਹ ਤਰਨ ਚੰਦ ਦੀ ਸਾਜਿਆ ਉਹ ਨਾਮ ਰਾਜੀ ਹੋ ਗਿਆ, ਮਹਾਰਾਜ ਹੋ ਗਿਆ।
ਹਰ ਪੀਓ ਸਭ ਕੁਛ ਹੋਗਾ ਉਹ ਸਭ ਖਤਮ ਹੋ ਗਿਆ ਤੰਦਰੁਸਤ ਹੋ ਗਏ। ਫਿਰ ਸਤਿਗੁਰੂ ਮਹਾਰਾਜ ਉੱਠ ਕਰਕੇ ਬੈਠੇ ਤੇ ਚੰਗੀ ਤਰ੍ਹਾਂ ਵੇਖਣ ਕੇ ਮਨ ਦੇ ਵਿੱਚ ਸ੍ਰੀ ਗੁਰੂ ਮਹਾਰਾਜ ਦੇ ਮਹਾਰਾਜ ਜੀ ਨੇ ਵਿਚਾਰ ਕੀਤੇ ਕਿ ਮਹਾਰਾਜ ਕੀ ਹੋ ਰਿਹਾ, ਕੀ ਹੋ ਰਿਹਾ। ਇੱਕ ਜਾਮ ਮੈਂ ਲੰਬਾ ਪਿਆ ਬਸ ਉਹਦੇ ਵਿੱਚ ਆ ਰੋਗ ਜਿਹੜਾ ਹੈ ਵੀ ਇਸ ਦਾ ਮੋੜਾ ਹੈ ਇਹ ਹਰਾ ਭਰਾ ਹੋ ਗਿਆ। ਇੱਕਦਮ ਇਹ ਸੁੱਕ ਗਿਆ, ਫਿਰ ਮਨ ਦੇ ਵਿੱਚ ਅੰਤਰ ਜਾਮਤਾ ਦੇ ਮਾਲ ਦੇ ਵਿੱਚ ਆਦਿ ਨੇ ਵੇਖਿਆ ਤੇ ਇਸ ਸਾਦਾ ਪੁੱਛਿਆ ਸ਼੍ਰੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਤਾਮ ਦੇ ਸੰਸਕਾਰ ਕਰਿਆ ਅਰਦਾਸ ਕੀਤੀ। ਫਿਰ ਮਨ ਵਿੱਚ ਬੋਲੇ ਕਿ ਸਤਿਗੁਰੂ ਮਹਾਰਾਜ ਦੀ ਸੇਵਾ ਕਰ ਰਹੇ ਹੁਣ ਬਾਤ ਸਿੱਧੀ ਹੋ ਗਈ ਹੈ, ਹੁਣ ਮਹਾਰਾਜ ਜੀ ਨੂੰ ਸ਼ਕਤੀਆਂ ਦੀ ਪ੍ਰਾਪਤੀ ਹੋ ਰਹੀ ਹੈ। ਸਤਿਗੁਰੂ ਮਹਾਰਾਜ ਜੀ ਨੇ ਫਿਰ ਬੰਸਾਰਨਾ ਕੀਤਾ ਕਿਉਂਕਿ ਬਚਨ ਬਾਬਾ ਅਮਰਦਾਸ ਜੀ ਦਾ ਬੜਾ ਸਨਮਾਨ ਕਰਦੇ ਸਨ। ਜਦੋਂ ਵੀ ਬਚਨ ਕਰਨਾ ਸੁਰਖਾ ਕਰਕੇ ਜੇ ਸਭ ਤੋਂ ਵੱਡਾ ਦੇ ਰਹੇ ਬਾਬਾ ਜੀ ਕਰਕੇ ਵਡੇਰੇ ਆ ਇਹ ਬਾਬਾ ਜੀ ਪੰਜਾਬ ਦੇ ਸੁਰਖਾ ਆਈ ਤੇ ਇਸ ਜਹਾਨ ਦੇ ਸੁਰਖਾ ਲੱਗਦੇ ਨਾਲ ਸੰਬੋਧਨ ਕੀਤਾ ਜਾਂਦਾ। ਮਹਾਰਾਜ ਨੇ ਕਿਹਾ ਕਾਜ ਪੁਰਖਾ ਇਹ ਆਪ ਨੇ ਕੀ ਕੀਤਾ ਕੀ ਕੀਤਾ ਬਾਤ ਥੋੜੀ ਕੋ ਸ਼ਕਤੀ ਆਈ ਆਸ ਥੋੜੀ ਕੋ ਸ਼ਕਤੀ ਤੁਹਾਡੀ ਜਰੀ ਨਹੀਂ ਗਈ ਹੈ ਤੁਸਾਂ ਆਪਣੀ ਸ਼ਕਤੀ ਨਹੀਂ ਹੋਣੀ ਸ਼ੁਰੂ ਕਰਨੇ ਸਤਿਗੁਰੂ ਮਹਾਰਾਜ ਦੱਸਦੇ ਸਤਿਗੁਰੂ ਪਤਾ ਨਹੀਂ ਤਿਸਨਾ ਲੋਕਾਂ ਦੇ ਮਨੁੱਖੀ ਮਾਲਿਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੈ। ਤੁਹਾਨੂੰ ਕੀ ਲੱਗਦਾ ਕਿ ਸ਼ਕਤੀ ਤੁਹਾਡੇ ਕੋਲ ਹੀ ਹੈ? ਅਸੀਂ ਵੀ ਚਾਹੁੰਦੇ ਹਾਂ ਤਾਂ ਇਹ ਰੋਗ ਦੂਰ ਹੋ ਸਕਦਾ। ਦੇਖੋ ਪਿਆਰਿਓ, ਇਹ ਸਮਝਣ ਵਾਲੀ ਗੱਲ ਹੈ। ਸਤਿਗੁਰੂ ਮਹਾਰਾਜ ਜੀ ਨੇ ਤੇ ਗੁਰਬਾਣੀ ਦੇ ਵਿੱਚ ਵੀ ਆਉਂਦਾ ਨਾ, ਜਾਂ ਕਿ ਦ੍ਰਿਸ਼ਟ ਅੰਮ੍ਰਿਤ ਧਾਰ, ਜਿਨ੍ਹਾਂ ਦੀ ਦ੍ਰਿਸ਼ਟੀ ਦੇ ਵਿੱਚ ਹੀ ਪਿਆਰਿਓ ਅੰਮ੍ਰਿਤ ਦੀ ਧਾਰਾ ਵਗਦੀ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਅੰਮ੍ਰਿਤ ਵੇਲੇ ਸਮਾਧੀ ਤੋਂ ਉੱਠਦੇ ਸਨ, ਉਪਰਾਮ ਹੁੰਦੇ ਸਨ, ਬਹੁਤ ਸਾਰੇ ਰੋਗੀ ਆ ਕਰਕੇ ਤਨ ਕਰਕੇ ਜਿਨ੍ਹਾਂ ਨੂੰ ਰੋਗ ਲੱਗਿਆ ਹੋਇਆ ਮਨੋ ਰੋਗੀ ਹਨ, ਉਹ ਮਹਾਰਾਜ ਜੀ ਦੇ ਬੂਹੇ ਦੇ ਅੱਗੇ ਆ ਕਰਕੇ ਬਹਿ ਜਾਇਆ ਕਰਦੇ ਕਿ ਸਤਿਗੁਰੂ ਮਹਾਰਾਜ ਸਮਾਧੀ ਤੋਂ ਉਪਰਾਮ ਹੋ ਕਰਕੇ ਜਦੋਂ ਬਾਹਰ ਨਿਕਲਣ, ਮਹਾਰਾਜ ਜੀ ਦੀ ਨਜ਼ਰੇ ਇਨਾਇਤ ਸਾਡੇ ਉੱਤੇ ਪੈ ਜਾਵੇ, ਅਸੀਂ ਨਵੇਂ ਨਿਰੋਗੇ ਹੋ ਜਾਵਾਂਗੇ। ਇਹ ਹੁੰਦਾ ਸੀ ਪਿਆਰਿਓ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਤਨ ਕਰਕੇ ਆਦ ਬਿਆਦ ਉਪਾਦ ਜਿਨ੍ਹਾਂ ਨੂੰ ਲੱਗੀ ਹੋਈ ਹੈ, ਉਹ ਬਾਹਰ ਬੈਠਿਆ ਕਰਦੇ ਸਨ, ਜਿਨ੍ਹਾਂ ਵੱਲ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਮਿਆ ਦ੍ਰਿਸ਼ਟ ਸ਼ੁਭ ਕਰੈ। ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਾਲਾ। ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ। ਨਮਸਕਾਰ ਕਰਦਾ, ਮੱਥਾ ਟੇਕਦਾ, ਕਦੇ ਗੁਰੂ ਆਪਣੇ ਸੇਵਕ ਦੇ ਪੈਰਾਂ ਦੇ ਉੱਤੇ ਚਰਨਾਂ ਦੇ ਉੱਤੇ ਨਮਸਕਾਰ ਨਹੀਂ ਕਰਿਆ ਕਰਦੇ। ਇਹ ਆਪ ਜੀ ਨੇ ਉਲਟੀ ਗੰਗਾ ਵਹਾ ਦਿੱਤੀ। ਮਹਾਰਾਜ ਇਹ ਸਰੀਰ ਲੈਣ ਦੇ ਲਾਇਕ ਨਹੀਂ ਹੈ, ਇਹ ਚਰਨ ਰਹਿਣ ਦੇ ਲਾਇਕ ਨਹੀਂ ਹੈ। ਸਤਿਗੁਰੂ ਮਹਾਰਾਜ ਜਦੋਂ ਇਹ ਬਚਨੀ ਕਰ ਰਹੇ ਸੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਘੁੱਟ ਕੇ ਬਾਂਹ ਫੜ ਲਈ ਸੇ, ਐ ਦੱਬ ਦਿੱਤਾ, ਭਾਵ ਕੇ ਇਸ਼ਾਰਾ ਕੀਤਾ ਚੁੱਪ ਹੋ ਜਾਓ। ਤੇ ਫਿਰ ਕਿਹਾ ਕਿ ਪੁਰਖਾ ਹੁਣ ਕੋਈ ਬਚਨ ਨਹੀਂ ਕਰਨਾ, ਕਿਉਂਕਿ ਹੁਣ ਤੁਸੀਂ ਨਹੀਂ ਹੋ, ਹੁਣ ਤੁਸੀਂ ਨਾਨਕ ਬਣ ਗਏ ਹੋ। ਤੁਹਾਡੇ ਅੰਦਰ ਮੇਰੀ ਜੋਤ ਸਮਾ ਗਈ ਹੈ। ਮੈਂ ਤੁਹਾਡੇ ਤਨ ਨੂੰ ਮੱਥਾ ਨਹੀਂ ਟੇਕਿਆ, ਮੈਂ ਤੁਹਾਡੇ ਉਸ ਜੋਤ ਨੂੰ, ਪਰਮ ਜੋਤ ਨੂੰ ਜੋ ਮੈਂ ਲੈ ਕੇ ਆਇਆ, ਮੈਂ ਉਹਨੂੰ ਨਮਸਕਾਰ ਕਰਨਾ ਕੀਤਾ। ਅੱਜ ਤੋਂ ਬਾਅਦ ਤੇ ਜੋ ਵੀ ਬੋਲਣਾ ਵਿਚਾਰ ਕਰਕੇ ਬੋਲਣਾ ਹੈ, ਕਿਉਂਕਿ ਜੋ ਵੀ ਆਪ ਜੀ ਬੋਲੋਗੇ ਉਹ ਬਚਨ ਫੁਰ ਜਾਵੇਗਾ, ਤਤ ਛਿਨ ਉਹ ਬਚਨ ਪੂਰਾ ਹੋ ਜਾਵੇਗਾ। ਆਪਣੇ ਬਚਨਾਂ ਨੂੰ ਵਾਪਸ ਲੈ ਲਿਓ। ਫਿਰ ਵੀ ਇੱਕ ਨਿਸ਼ਾਨੀ ਵਜੋਂ ਮਹਾਰਾਜ ਜੀ ਨੇ ਕਹਿ ਦਿੱਤਾ, ਮਹਾਰਾਜ ਨਹੀਂ, ਬੇਸ਼ੱਕ ਉਹ ਬਚਨ ਹੋ ਜਾਵੇਗਾ, ਲੇਕਿਨ ਸਜ਼ਾ ਤਾਂ ਸਰੀਰ ਨੂੰ ਮਿਲਣੀ ਚਾਹੀਦੀ ਹੈ। ਤਾਂ ਫਿਰ ਪਿਆਰਿਓ ਉਹ ਬਚਨ ਤਾਂ ਰਹਿ ਗਿਆ, ਹਟ ਗਿਆ, ਲੇਕਿਨ ਮਹਾਰਾਜ ਜੀ ਦੇ ਦੂਜੇ ਬਚਨਾਂ ਦੇ ਤਹਿਤ
ਥੋੜਾ ਜ਼ਖਮ ਜਿਹੜਾ ਮਹਾਰਾਜ ਜੀ ਦੇ ਪੈਰ ਦੇ ਵਿੱਚ ਸਦਾ ਰਿਹਾ ਕਰਦਾ ਸੀ। ਉਚਿਤ ਕਸ਼ਟ ਕੇ ਹੈ ਇਹ ਸਦ ਹੀ। ਇਸ ਕਰਕੇ ਭਾਈ ਉਹ ਦਿਖਾਉਣ ਦੇ ਵਾਸਤੇ ਆ ਸਰੀਰ ਜਿਹੜਾ ਸਾਡੇ ਚਰਨ ਇਹ ਕਸ਼ਟ ਦੇ ਉਚਿਤ ਹਨ। ਕਿਉਂ ਇਹ ਦੀਨੋ ਰੋਗ ਗਵਾਏ। ਤੇ ਤੁਸਾਂ ਨੇ ਚੰਗਾ ਨਹੀਂ ਕਰਨਾ ਕੀਤਾ ਕਿ ਅਸੀਂ ਆਪਣਾ ਰੋਗ ਦੂਰ ਨਹੀਂ ਕਰ ਸਕਦੇ। ਇਹ ਰੋਗ ਤਾਂ ਅਸਾਂ ਨੇ ਆਪਣੇ ਤਨ ਨੂੰ ਲਾਇਆ ਹੋਇਆ ਹੈ। ਅਬ ਤੇ ਬਹੁਰ ਨਾ ਕਰੋ ਦਿਖਾਵਨ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਪੁਰਖਾ ਚਲੋ ਠੀਕ ਹੈ, ਇਹ ਅਣਜਾਣ ਪੁਣੇ ਦੇ ਵਿੱਚ ਹੋ ਗਿਆ, ਅੱਜ ਤੋਂ ਬਾਅਦ ਆਪਣੀ ਸ਼ਕਤੀ ਦਾ ਪ੍ਰਗਟਾਵਾ ਨਹੀਂ ਕਰਨਾ। ਕਿਸ ਅਸਥਾਨ ਕਿਛੂ ਹੋ ਜਾਏ। ਕਿਸੇ ਵੀ ਅਸਥਾਨ ਦੇ ਉੱਤੇ ਜੋ ਕੁਛ ਵੀ ਭਾਣਾ ਵਰਤਦਾ ਜੋ ਮਰਜ਼ੀ ਹੋ ਜਾਏ, ਆਪਾਂ ਅਜਰ ਨੂੰ ਜਰ ਕਰਕੇ ਰੱਖਣਾ। ਇਸ ਤਰ੍ਹਾਂ ਸਤਿਗੁਰਾਂ ਨੇ ਬਚਨ ਕੀਤਾ, ਉਪਦੇਸ਼ ਦਿੱਤਾ। ਇੱਥੋਂ ਤੱਕ ਹੀ ਪਿਆਰਿਓ ਆਪਾਂ ਨੇ ਵਿਚਾਰਾਂ ਨੂੰ ਸਰਵਣ ਕਰਨਾ। ਰਹਿੰਦਾ ਪ੍ਰਸੰਗ ਆਉਣ ਵਾਲੇ ਅਗਲੇ ਜ਼ਮਾਨਾ ਦੇ ਵਿੱਚ ਸਰਵਣ ਕਰਨਾ ਹੈ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ। ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। ਹੈ ਠਾਕੁਰ ਹਾਂ ਦਾਸਰੋ ਮੈਂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ। ਨਾਨਕ ਹੋਸੀ ਪੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ। ਨਾਨਕ ਹੋਸੀ ਭੀ ਸੱਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚਾ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ। ਮਾਫੀ ਬਖਸ਼ਣੀ। ਅੱਗੇ ਤੋਂ ਸੁਮਾਤਾਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ